ਪੈਟਰੋਲ ਕਿੰਨਾ ਮਹਿੰਗਾ, ਡੀਜ਼ਲ ਕਿੰਨਾ ਮਹਿੰਗਾ, ਵੀ ਬਹੁਤ ਉੱਪਰ ਤੱਕ ਚੱਕਦੀਆਂ ਵੀ ਇਹ ਵੀ ਵਧਾ ਦਿਓ ਉਹ ਵੀ ਵਧਾ ਦਿਓ, ਤੇ ਕਿਸਾਨ ਦੀ ਫਸਲ ਵਧਾਉਣ ਲੱਗੇ ਕੀ ਮੌਤ ਪੈਂਦੀ ਹੈ। ਉਹ ਉਹਨਾਂ ਉੱਠ ਕੇ ਸਾਥ ਵੀ ਨਹੀਂ ਦੇ ਰਿਹਾ, ਉਹਨਾਂ ਉਹ ਮੋਰਚਿਆਂ ਦੇ ਵਿੱਚ ਰੈਲੀਆਂ ਦੇ ਵਿੱਚ ਉਹਨਾਂ ਯੋਗਦਾਨ ਨਹੀਂ ਪਾ ਰਿਹਾ, ਕੀ ਕਰਨ ਲੱਗੇ? ਇਹਨੂੰ ਸੰਘਰਸ਼ ਨੂੰ ਪਾੜ ਦਈਏ, ਸੰਘਰਸ਼ ਅੱਗੇ ਨਾ ਚੱਲੇ, ਸੰਘਰਸ਼ ਖਤਮ ਹੋ ਜਾਵੇ। ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਲੋਕ ਵੀ ਸਾਰੇ ਦੇਖੋਗੇ ਤੁਹਾਡੇ ਨਾਲ ਹੁੰਦੀ ਕੀ ਹੈ। ਕਲਾਕਾਰ ਜਿਹੜੇ ਇੱਧਰ ਆਏ ਨੇ ਕਿਸਾਨਾਂ ਦੇ ਪੱਖ ਦੇ ਵਿੱਚ, ਕੀ ਲੱਗਦਾ ਹੈ ਕਿ ਇਹ ਸਿਰਫ ਪਬਲਿਸਿਟੀ ਸਟੰਟ ਨੇ ਜਾਂ ਵਾਕਈ ਉਹਨਾਂ ਨੂੰ ਹੈਗੀ ਹੈ ਕਿ ਕਿਸਾਨਾਂ ਦੇ ਨਾਲ ਤੁਰਨਾ ਜਾਂ ਕਿਸਾਨਾਂ ਨਾਲ ਮਾੜੀ ਹੋਵੇ? ਜਿਹੜੇ ਪੰਜਾਬ ਤੋਂ ਗਏ ਹੋਏ ਨੇ, ਦਿੱਲੀ ਬੰਬੇ ਬੈਠੇ ਨੇ, ਉਹਨਾਂ ਕਲਾਕਾਰਾਂ ਦੁਆਰਾ ਉਹਨਾਂ ਹਿੱਸਾ ਨਹੀਂ ਪਾਇਆ ਜਾ ਰਿਹਾ, ਉਹਨਾਂ ਦੁਆਰਾ ਕੋਈ ਬੋਲ ਵੀ ਨਹੀਂ ਦਿੱਤਾ ਜਾ ਰਿਹਾ, ਕੀ ਕਰਨ ਲੱਗੇ? ਬੜੀ ਸ਼ਰਮ ਵਾਲੀ ਗੱਲ ਹੈ ਵੈਸੇ ਤਾਂ। ਧਰਨੇ 'ਚ ਆ ਕੇ ਬੈਠੇ ਹੋਏ ਨੇ, ਨਿੱਕੇ ਨਿੱਕੇ ਬੱਚੇ ਆ ਕੇ ਬੈਠੇ ਹੋਏ ਨੇ, ਕੀ ਨੈਸ਼ਨਲ ਮੀਡੀਆ ਨੂੰ ਉਹ ਬੰਦੇ ਨਹੀਂ ਦਿਖਦੇ? ਜੇ ਉਹ ਕਿਸਾਨ ਅੱਤਵਾਦੀ ਹੈ ਤਾਂ ਹੁਣ ਤੱਕ ਉਹ ਪੂਰੇ ਦੇਸ਼ ਨੂੰ ਮਾਰ ਕਿਉਂ ਨਹੀਂ ਗਿਆ, ਬਚਾਈ ਕਿਉਂ ਜਾਂਦਾ? ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਤੇ ਮੈਂ ਸ਼ਾਹੀਨ। ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਕੱਲ੍ਹ ਪੰਜਾਬ ਦੇ ਵਿੱਚ ਕਿਸਾਨੀ ਦਾ ਜਿਹੜਾ ਮੁੱਦਾ ਆ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਕਿ ਸਰਕਾਰ ਵੱਲੋਂ ਆਰਡੀਨੈਂਸ ਪਾਸ ਕੀਤੇ ਗਏ, ਕਿਸਾਨਾਂ ਵੱਲੋਂ ਉਹਨਾਂ ਦਾ ਰੋਸ ਕੀਤਾ ਜਾ ਰਿਹਾ, ਮੋਰਚੇ ਕੀਤੇ ਜਾ ਰਹੇ ਨੇ, ਅੰਦੋਲਨ ਬਣ ਚੁੱਕਿਆ ਤੇ ਉਸ ਅੰਦੋਲਨ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਹਿੱਸਾ ਵੀ ਪਾਇਆ। ਤੇ ਅੱਜ ਤੁਹਾਡੀ ਜਿਨ੍ਹਾਂ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ, ਐਕਟਰ ਵੀ ਨੇ, ਐਂਕਰ ਵੀ ਨੇ, ਮਾਡਲ ਵੀ ਨੇ ਤੇ ਸਿੰਗਰ ਵੀ ਨੇ, ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਮਲਟੀ ਟੈਲੈਂਟਡ ਬਾਈ ਗੈਰੀ ਢਿੱਲੋਂ, ਕੀ ਹਾਲ ਚਾਲ ਬਾਈ ਜੀ? ਸਤਿ ਸ਼੍ਰੀ ਅਕਾਲ ਵੀਰੇ, ਵਧੀਆ, ਤੁਸੀਂ ਸੁਣਾਓ? ਠੀਕ ਠਾਕ ਹੋ ਜੀ? ਬਹੁਤ ਵਧੀਆ ਭਾਜੀ। ਸਭ ਤੋਂ ਵੱਡਾ ਜਿਹੜਾ ਅੱਜ ਦਾ ਮੁੱਦਾ, ਅੱਜ ਦਾ ਜਿਹੜਾ ਪੰਜਾਬ ਦਾ ਮੁੱਦਾ ਇਕੱਲੇ ਕਿਸਾਨਾਂ ਦਾ ਨਹੀਂ, ਸਾਰੇ ਲੋਕਾਂ ਦਾ ਮੁੱਦਾ ਹੈਗਾ। ਪਹਿਲਾਂ ਤਾਂ ਉਸ ਮੁੱਦੇ ਬਾਰੇ ਦੱਸੋ ਕਿ ਜਿਹੜੇ ਆਰਡੀਨੈਂਸ ਪਾਸ ਹੋਏ, ਆਰਡੀਨੈਂਸ ਹੈ ਕੀ ਨੇ ਅਸਲ ਦੇ ਵਿੱਚ? ਦੇਖੋ ਭਾਜੀ, ਜਿਵੇਂ ਅੱਜ ਦਾ ਸਟਿਲ ਮੁੱਦਾ ਚੱਲ ਰਿਹਾ ਹੈ, 3 ਆਰਡੀਨੈਂਸ ਪਾਸ ਕੀਤੇ ਗਏ ਨੇ। ਕਈਆਂ ਲੋਕਾਂ ਨੂੰ ਆਰਡੀਨੈਂਸ ਦਾ ਪਤਾ ਹੀ ਨਹੀਂਗਾ, ਈਵਨ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਆਰਡੀਨੈਂਸ ਕੀ ਹੁੰਦੇ ਨੇ। ਫਿਰ ਜਦੋਂ ਮੈਂ ਪੜ੍ਹੇ ਜਾਂ ਉਹਨਾਂ ਨੂੰ ਥੋੜ੍ਹਾ ਬਹੁਤ ਜਾਣਿਆ, ਜਿੰਨਾ ਕੁ ਮੈਂ ਜਾਣਿਆ, ਕਿਉਂਕਿ ਖੇਤੀ ਨਾਲ ਮੈਂ ਜੁੜਿਆ ਜ਼ਰੂਰ ਹੋਇਆ ਪਰ ਉਹਨਾਂ ਡੂੰਘਾਈ 'ਚ ਨਹੀਂ ਜੁੜਿਆ ਹੈ ਜਿੰਨਾ ਕਿ ਇਹ ਆਰਡੀਨੈਂਸ ਲਿਖੇ ਪਏ ਨੇ, ਜਿਵੇਂ ਜੋ ਲੈਂਗੁਏਜ ਇਹਨਾਂ ਵਿੱਚ ਯੂਜ਼ ਕੀਤੀ ਹੁੰਦੀ ਹੈ ਨਾ। ਜਿਵੇਂ 3 ਆਰਡੀਨੈਂਸ ਪਾਸ ਕੀਤੇ ਗਏ ਕਿ ਇੱਕ MSP ਖਤਮ ਕਰਨ ਦੀ ਗੱਲ ਹੈ, ਉਹਦੇ ਵਿੱਚ MSP ਲਿਖਿਆ ਹੋਇਆ ਮਿਲੇਗੀ, ਪਰ ਕਿੰਨੀ ਮਿਲੇਗੀ, ਕਿਵੇਂ ਮਿਲੇਗੀ, ਕੁਛ ਨਹੀਂ ਪਤਾ। ਮੰਡੀਕਰਨ ਖਤਮ ਕਰਨ ਦੀ ਕੋਈ ਗੱਲ ਕੀਤੀ ਗਈ ਹੈ। ਵਪਾਰੀ ਆਪਦੇ ਤਰੀਕੇ ਨਾਲ ਫਸਲ ਖਰੀਦੇਗਾ, ਆਪਦੀ ਮਰਜ਼ੀ ਨਾਲ ਸੇਲ ਕਰੇਗਾ, ਜੋ ਔਰ ਸਟਾਕ ਵਧਾ ਦਿੱਤਾ ਗਿਆ ਉਹਦਾ, ਹੈ ਇਹ ਚੀਜ਼ਾਂ ਲਿਖੀਆਂ ਸਾਰੀਆਂ ਕਿਸਾਨ ਮਾਰੂ ਚੀਜ਼ਾਂ ਨੇ। ਦੇਖੋ, ਜੇ ਕਿਸਾਨ ਨੂੰ MSP ਨਹੀਂ ਮਿਲੂਗਾ, ਉਹਦੀ ਫਸਲ ਉਹਨੂੰ ਪਤਾ ਹੀ ਨਹੀਂ ਮੇਰੀ ਵਿਕਣੀ ਆ ਜਾਂ ਨਹੀਂ ਵਿਕਣੀ, ਉਹ ਕਿੱਥੇ ਜਾਏਗਾ ਜੀ? ਮੰਡੀਕਰਨ ਖਤਮ ਕਰ ਦੇਣਗੇ ਹੌਲੀ ਹੌਲੀ। ਪਿੱਛੇ ਜੇ ਇੱਕ ਮੈਂ ਵੀਰ ਦੀ ਇੰਟਰਵਿਊ ਸੁਣ ਲਈ ਸੀ, ਉਹਨੇ ਬੜੀ ਡਿਟੇਲ ਵਿੱਚ ਇਹ ਚੀਜ਼ਾਂ ਸਮਝਾਈਆਂ ਕਿ ਅਗਰ ਅੱਜ ਦੇ ਦਿਨ ਵਿੱਚ ਇਹ MSP ਖਤਮ ਕਰ ਦਿੰਦੇ ਆ, ਮੰਡੀਕਰਨ ਖਤਮ ਕਰ ਦਿੰਦੇ ਆ, ਵੱਡੇ ਗੋਦਾਮ ਬਣਾ ਦਿੰਦੇ ਆ, ਸਟੋਰ ਬਣਾ ਦਿੰਦੇ ਆ ਕਿ ਤੁਸੀਂ ਜਿੰਨਾ ਮਰਜ਼ੀ ਸਟੋਰ ਕਰ ਸਕਦੇ, ਵਪਾਰੀਆਂ ਨੂੰ ਖੁੱਲ੍ਹ ਮਿਲ ਜਾਂਦੀ ਹੈ, ਤਾਂ ਉਹ ਆਪਣੀ ਮਰਜ਼ੀ ਕਰਨਗੇ। ਮੰਨ ਕੇ ਚਲੋ ਮੈਂ ਫਸਲ ਵੇਚਣ ਜਾਊਂਗਾ, 1000 ਰੁਪਇਆ ਫਸਲ ਦਾ ਮੁੱਲ ਹੈ, ਉਹ ਤਾਂ ਫਸਲ ਪਹਿਲਾਂ ਤਾਂ ਕਹਿਣਗੇ ਵੀ ਆਓ ਜੀ, ਬੈਠੋ ਜੀ, ਉਹਨੂੰ ਗੱਲਬਾਤ ਕਰਦੇ ਆ ਵੀ ਹਾਂ ਆ ਜਾਓ ਜੀ, ਬਹੁਤ ਵਧੀਆ ਗੱਲ ਹੈ, ਤੁਹਾਡੀ ਫਸਲ ਆਪਾਂ ਇੰਨੇ ਰੇਟ 'ਤੇ ਖਰੀਦਾਂਗੇ ਜੀ, ਚਾਹ ਪਾਣੀ ਵੀ ਪੁੱਛਣਗੇ, ਸਾਰਾ ਕੁਝ ਕਰਨਗੇ ਆਪਣੇ ਤਾਂ ਹੀ। ਦੂਜੀ ਵਾਰੀ ਜਦੋਂ ਉਹ ਸਟੋਕ ਉਹਨਾਂ ਦਾ ਫੁੱਲ ਹੋ ਜਾਏਗਾ, ਜਿਹੜੇ ਕਿਸਾਨ ਦੀ ਰਹਿ ਜੇ ਕਰੇਗੀ ਥੋੜੀ ਬਹੁਤੀ, ਉਹ ਕਿਤੇ ਜਾਇਆ ਕਰੂਗਾ? ਉਹਨੂੰ ਕਹਿਣਾ ਕਰਨਾ ਸਾਡਾ ਤਾਂ ਫੁੱਲ ਹੋ ਗਿਆ ਸਾਰਾ ਕੁਝ, ਸਾਡਾ ਸਾਰਾ ਸਟੋਰ ਫੁੱਲ ਹੈ, ਸਾਡੇ ਕੋਲ ਸਪੇਸ ਨਹੀਂ ਹੈਗੀ, ਤੁਸੀਂ ਕਿਤੇ ਹੋਰ ਜਾਓ। ਅਗਲਾ ਕਹੂਗਾ ਸਾਡੇ ਕੋਲ ਵੀ ਫੁੱਲ ਹੈ, ਉਹ ਕਹੂਗਾ ਵੀ 1000 ਰੁਪਏ ਰੇਟ ਆ, 500-700 ਦੇ ਦੇਣੀ ਤੇ ਨਹੀਂ ਤੇ ਜਾ। ਜੇ ਫੁੱਲ ਰੇਟ ਤੇ ਵੀ ਵੇਚੀ ਜਾਣਗੇ, 1-2 ਸਾਲੇ ਚੱਲੂਗਾ। ਤੀਜੇ ਚੌਥੇ ਸਾਲ ਨੂੰ ਜਦੋਂ ਇਹਨਾਂ ਕਹਿਣਾ ਵੀ ਹਾਂ ਇਹ ਸਿਸਟਮ ਵਧੀਆ ਚੱਲ ਪਿਆ, ਮੰਡੀਆਂ ਬਿਲਕੁਲ ਖਤਮ ਕਰ ਦਿਓ, ਜਦੋਂ ਮੰਡੀਆਂ ਜਮਾਂ ਖਤਮ ਹੋ ਗਈਆਂ, ਫਿਰ ਕਿਸਾਨ ਕਿੱਥੇ ਜਾਊਗਾ? ਫਿਰ ਇਹਦੇ ਆਰਡੀਨੈਂਸ ਦੇ ਵਿੱਚ ਇਹ ਚੀਜ਼ ਲਿਖੀ ਹੈ ਕਿ ਤੁਸੀਂ SDM ਜਾਂ DC ਤੱਕ ਆਪਦੀ ਸਿਫਾਰਿਸ਼ ਲੈ ਕੇ ਜਾ ਸਕਦੇ ਹੋ, ਉਹਦੀ ਸ਼ਿਕਾਇਤ ਲੈ ਕੇ ਜਾ ਸਕਦੇ ਹੋ, ਉਸ ਤੋਂ ਅੱਗੇ ਕਿਤੇ ਜਾ ਹੀ ਨਹੀਂ ਸਕਦੇ, ਕੋਰਟ ਤੱਕ ਤਾਂ ਤੁਸੀਂ ਨੂੰ ਚੈਲੰਜ ਹੀ ਨਹੀਂ ਕਰ ਸਕਦੇ। ਇਹ ਕਿੱਧਰ ਦੀ ਗੱਲ ਹੈ? ਫਿਰ ਤਾਂ ਵਪਾਰੀ ਉਹਦੀ ਮਨਮਰਜ਼ੀ ਕਰੂਗਾ। ਬਿਲਕੁਲ, ਤੁਹਾਨੂੰ ਕਹੇਗਾ ਵੀ ਮੈਂ ਅੱਜ ਫਸਲ ਲੈਣਾ, ਤੁਹਾਨੂੰ ਪੇਮੈਂਟ ਦੇ ਦੂੰਗਾ ਜੀ, ਇਹ ਕਰ ਦੂੰਗਾ, ਉਹ ਕਰ ਦੂੰਗਾ। SDM DC ਕੋਲ ਤੁਹਾਨੂੰ ਲੱਗਦਾ ਕਿ ਇੰਨਾ ਟਾਈਮ ਹੈਗਾ ਕਿ ਉਹ ਪੂਰੇ ਪੰਜਾਬ ਦੇ ਕਿਸਾਨੀਆਂ ਦੇ ਮੁੱਦੇ ਉਹ ਸੁਣਨ ਜਾਂ ਉਹਨਾਂ ਦੇ ਫੈਸਲੇ ਕਰਨ? ਹੈਗਾ ਨਹੀਂ ਹੈਗਾ ਟਾਈਮ। ਫਿਰ ਉਹ ਕਿਸਾਨ ਮਾਰੂ ਨੀਤੀਆਂ ਜਦੋਂ ਸਾਰੀਆਂ ਪਾਸ ਕਰੋਗੇ ਤਾਂ ਧੱਕੇ ਨਾਲ ਬਿੱਲ ਥੋਪੋਗੇ ਤਾਂ ਕਿਸਾਨ ਦਾ ਵਿਰੋਧ ਕਰੇਗਾ ਨਾ, ਕਿਉਂਕਿ ਕਿਸਾਨ ਪੰਜਾਬ ਦੇ ਵਿੱਚ 70 ਤੋਂ 75% ਕਿਸਾਨੀ ਕੀਤੀ ਜਾਂਦੀ ਹੈ। ਪੰਜਾਬ ਦਾ ਜਿਹੜਾ ਕਿਸਾਨ ਆ ਉਹ ਸਾਰਾ ਡਿਪੈਂਡ ਹੀ ਖੇਤੀ ਉੱਪਰ ਹੈ। ਈਵਨ ਹਰਿਆਣਾ ਵੀ ਕਾਫੀ ਖੇਤੀ ਉੱਪਰ ਡਿਪੈਂਡ ਹੈ। ਔਰ ਇਹਨਾਂ ਜਦੋਂ ਖੇਤੀ ਨੂੰ ਖਤਮ ਕਰਨ ਦੀਆਂ ਨੀਤੀਆਂ ਛਾਪੀਆਂ ਜਾਣਗੀਆਂ, ਉਹਨਾਂ ਨੂੰ ਕਿਹਾ ਜਾਊਗਾ ਵੀ ਤੁਸੀਂ ਸਾਡੇ ਤਰੀਕੇ ਨਾਲ ਹੀ ਚੱਲੋ, ਤੇ ਕਿਵੇਂ ਪੋਸੀਬਲ ਹੈ? ਕਿਸੇ ਕਿਸਾਨ ਜਥੇਬੰਦੀ ਦੀ ਸਲਾਹ ਲਈ ਗਈ? ਨਹੀਂ ਲਈ ਗਈ। ਆਪਦੀ ਮਨਮਰਜ਼ੀ ਨਾਲ ਜੋ ਦਿਲ ਕਰਦਾ ਉੱਥੇ ਬੈਠ ਕੇ ਲਿਖ ਦਿੰਦੇ ਆ ਵੀ ਆਹ ਕਰ ਦੋ, ਥੋਪ ਦੋ ਹੀ ਥੋਪ ਦੋ, ਬਸ ਠੀਕ ਠਾਕ ਹੈ। ਤਾਂ ਫਿਰ ਓਬਵੀਅਸ ਇਹ ਰੌਲੇ ਪੈਣੇ ਆ, ਇਹ ਧਰਨੇ ਵੀ ਲੱਗਣੇ ਆ, ਸਾਰਾ ਕੁਝ ਹੋਣਾ ਹੀ ਹੋਣਾ। ਹੁਣ ਉਹਨਾਂ ਨੇ ਐਕਟ ਪਾਸ ਕਰਤਾ, ਇਹ ਐਕਟ ਫਾਈਨਲ ਹੈ ਜੀ, ਇਹ ਐਕਟ ਹੈ ਸਾਡਾ, ਇਹ ਕਾਨੂੰਨ ਬਣ ਗਿਆ। ਇਹ ਕਿਹੇ ਜੀ ਕਾਨੂੰਨ ਹੈ ਵੀ ਤੁਸੀਂ ਇਹ ਚੀਜ਼ ਦੇਖ ਨਹੀਂ ਰਹੇ ਵੀ ਕਿਸਾਨ ਸੜਕਾਂ ਤੇ ਰੁਲੀ ਜਾਂਦਾ ਹੈ, ਉਹਦੀ ਗੱਲ ਤਾਂ ਸੁਣੋ ਵੀ ਉਹ ਕਿਉਂ ਰੁਲ ਰਿਹਾ, ਤੁਸੀਂ ਕਿਉਂ ਇਹਨੇ ਧਰਨੇ, ਤੁਸੀਂ ਬਿੱਲ ਪਾਸ ਕੀਤਾ, ਕਿਸਾਨਾਂ ਨੇ ਧਰਨੇ ਲਾਣੇ ਸ਼ੁਰੂ ਕਰ ਦਿੱਤੇ। ਸਰਕਾਰ ਦਾ ਫਰਜ਼ ਨਹੀਂ ਬਣਦਾ ਕਿਸਾਨ ਬੰਦੀਆਂ ਨੂੰ, ਜਥੇਬੰਦੀਆਂ ਨੂੰ ਇਕੱਠਿਆ ਕਰੇ, ਉਹਨਾਂ ਨੂੰ ਪੁੱਛੇ, ਬੁਲਾਏ ਵੀ ਹਾਂਜੀ ਤੁਸੀਂ ਕਿਉਂ ਇਹਨੂੰ ਧਰਨੇ ਦੇ ਰਹੇ ਹੋ, ਤੁਹਾਨੂੰ ਕੀ ਦਿੱਕਤ ਇਹਦੇ ਵਿੱਚ, ਕੀ ਪ੍ਰੋਬਲਮ ਆ ਰਹੀ ਹੈ, ਆਪਾਂ ਉਹ ਸੋਧ ਕਰ ਲੈਂਦੇ ਹਾਂ। ਬਿਲਕੁਲ,
ਬੈਠਦੇ ਮੀਟਿੰਗ ਹੁੰਦੀ, ਜੋ ਕਿਸਾਨਾਂ ਦਾ ਰੋਸ ਹੈ ਉਹ ਆਪਦਾ ਦੱਸਦੇ ਤੇ ਉਹਦੇ ਬਿੱਲ 'ਚ ਸੋਧ ਹੁੰਦੀ ਤਾਂ ਆਪੇ ਸਾਰੀ ਗੱਲ ਖਤਮ ਸੀਗੀ। ਹੁਣ ਜਦੋਂ ਕਿਸਾਨਾਂ ਨੂੰ ਪਤਾ ਆ ਕਿ ਸਾਡੇ ਪੱਲੇ ਹੀ ਕੁਝ ਨਹੀਂ ਰਹਿ ਗਿਆ, ਕੱਲ ਨੂੰ ਸਾਡੀ ਜ਼ਮੀਨਾਂ ਵੀ ਹੜੱਪੀਆਂ ਜਾਣਗੀਆਂ ਤਾਂ ਫਿਰ ਅਸੀਂ ਕਿੱਥੇ ਜਾਵਾਂਗੇ? ਕਿਉਂਕਿ ਲੋਕਾਂ ਦੁਆਰਾ ਸਰਕਾਰ ਬਣਾਈ ਜਾਂਦੀ ਹੈ ਤੇ ਸਰਕਾਰਾਂ ਦਾ ਕੰਮ ਹੁੰਦਾ ਕਿ ਲੋਕਾਂ ਲਈ ਹੀ ਕੰਮ ਕਰਨੇ, ਲੋਕਾਂ ਲਈ ਹੀ, ਉਹਨਾਂ ਦੀ ਭਲਾਈ ਲਈ, ਉਹਨਾਂ ਦੀ ਸੁਵਿਧਾ ਲਈ ਕੀ ਚੀਜ਼ਾਂ ਕਰਨੀਆਂ। ਪਰ ਜਿਹੜੀਆਂ ਚੀਜ਼ਾਂ ਉਹਨਾਂ ਦੁਆਰਾ ਕੀਤੀਆਂ ਜਾਣ, ਜੇ ਉਹ ਸੁਵਿਧਾ ਨਹੀਂ ਸਗੋਂ ਸੁਵਿਧਾ ਪੈਦਾ ਕਰਨ ਜਾਂ ਉਹਨਾਂ ਨੂੰ ਤਕਲੀਫਾਂ ਪੈਦਾ ਕਰਨ, ਦੁੱਖ ਪੈਦਾ ਕਰਨ, ਉਹ ਚੀਜ਼ਾਂ ਕਿਤੇ ਨਾ ਕਿਤੇ ਸਰਕਾਰ ਨੂੰ ਬੈਕ ਸਟੈਪ ਲੈ ਲੈਣਾ ਚਾਹੀਦਾ ਉੱਥੇ। ਮੈਂ ਇੱਕ ਚੀਜ਼ ਰੀਸੈਂਟਲੀ ਕੋਈ ਇੰਟਰਵਿਊ, ਹੁਣ ਆਪਾਂ ਲਗਾਤਾਰ ਦੇਖ ਰਹੇ ਹਾਂ, ਆਪਾਂ ਇੰਟਰਵਿਊਜ਼ ਵੀ ਸੁਣ ਰਹੇ ਹਾਂ, ਲੀਡਰਾਂ ਦੀ ਇੰਟਰਵਿਊ ਸੁਣ ਰਹੇ ਹਾਂ, ਕਿਸਾਨ ਜਥੇਬੰਦੀ ਦੇ ਇੰਟਰਵਿਊ ਸੁਣ ਰਹੇ ਹਾਂ, ਆਪਣਾ ਕਲਾਕਾਰ ਭਾਈਚਾਰਾ ਵੀ ਸਾਰਾ ਬੋਲ ਰਿਹਾ, ਗੱਲਾਂ ਕਰ ਰਿਹਾ। ਜੇ ਤੁਸੀਂ ਇਹਨਾਂ ਵਿੱਚ ਇਹ ਦੇਖਿਆ ਜਾਂਦਾ ਵੀ ਜਿਵੇਂ ਤੁਸੀਂ ਗੱਲ ਕੀਤੀ ਵੀ ਲੋਕਾਂ ਦੁਆਰਾ ਬਣਾਈ ਸਰਕਾਰ ਹੈ, ਲੋਕਾਂ ਦੁਆਰਾ ਬਣਾਈ ਹੈ ਨਾ, ਜੇ ਲੋਕਾਂ ਦੁਆਰਾ ਬਣਾਈ ਤੇ ਲੋਕਾਂ ਦੀ ਭਲਾਈ ਲਈ ਬਣਾਈ ਗਈ ਹੈ ਨਾ, ਜੇ ਉਹ ਲੋਕਾਂ ਦੀ ਭਲਾਈ ਨਹੀਂ ਕਰੂਗੀ ਤਾਂ ਫਿਰ ਸਰਕਾਰ ਕਿਸ ਕੰਮ ਦੀ ਹੈ? ਬਿਲਕੁਲ। ਹੁਣ ਕੁਝ ਲੀਡਰ ਕਹਿ ਰਿਹਾ ਸਾਨੂੰ ਪਤਾ ਹੀ ਨਹੀਂ ਲੱਗਿਆ। ਐਵੇਂ ਕਿਵੇਂ ਹੋ ਸਕਦਾ ਹੈ ਵੀ ਇੱਕ ਪੰਜਾਬ ਦੇ ਖਿਲਾਫ ਬਿੱਲ ਪਾਸ ਹੋ ਰਿਹਾ ਹੈ? ਕਿਵੇਂ ਕਹਿ ਸਕਦੇ ਆ ਵੀ ਸਾਨੂੰ ਤਾਂ ਪਤਾ ਨਹੀਂ ਲੱਗਾ ਕਿਵੇਂ ਬਿੱਲ ਪਾਸ ਹੋ ਗਏ? ਬਿਲਕੁਲ, ਜਿਨ੍ਹਾਂ ਲਈ ਫੈਸਲਾ ਲਿੱਤਾ ਗਿਆ ਉਹਨਾਂ ਦਾ ਪੱਖ ਲੈਣਾ ਬਹੁਤ ਜ਼ਰੂਰੀ ਹੈ। ਪਹਿਲਾਂ ਪੱਖ ਸੁਣਨਾ ਬਹੁਤ ਜ਼ਰੂਰੀ ਹੈ ਕਿ ਸਹੀ ਹੈ ਜਾਂ ਗਲਤ ਹੈ, ਜਾਂ ਤੁਹਾਨੂੰ ਮਨਜ਼ੂਰ ਹੈ ਜਾਂ ਨਹੀਂ ਮਨਜ਼ੂਰ। ਅੱਛਾ ਬਾਈ ਜੀ, ਜੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਲੋਕ ਅੰਦੋਲਨ ਬਣ ਚੁੱਕਾ, ਇਕੱਲੇ ਕਿਸਾਨਾਂ ਦਾ ਅੰਦੋਲਨ ਹੀ ਨਹੀਂ, ਕਿਵੇਂ ਤੁਸੀਂ ਰਿਲੇਟ ਕਰਦੇ ਹੋ ਕਿ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ, ਇਹ ਸਾਰੇ ਲੋਕਾਂ ਦਾ, ਸਾਰੇ ਇਕੱਲੇ ਪੰਜਾਬੀਆਂ ਦਾ ਹੀ ਨਹੀਂ, ਤੁਸੀਂ ਜਿਵੇਂ ਕਹਿੰਦੇ ਹੁੰਦੇ ਹੋ ਕਿ ਪੂਰੇ ਵਰਲਡ ਦਾ ਇੱਕ ਅੰਦੋਲਨ ਹੈ, ਇਹ ਪੂਰੇ ਵਰਲਡ ਇਨਡਾਇਰੈਕਟਲੀ ਤਰੀਕੇ ਨਾਲ, ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨੀ ਨਾਲ ਜੁੜਿਆ ਹੋਇਆ। ਕਿਵੇਂ ਦੇਖਦੇ ਹੋ ਤੁਸੀਂ, ਕਿਹੜੇ ਬੰਦੇ ਕਿਵੇਂ ਇਹਨਾਂ ਨਾਲ ਲਿੰਕ ਕਰਦੇ ਆ? ਪਹਿਲਾਂ ਤੁਸੀਂ ਜੀ ਇਹ ਦੇਖੋ ਵੀ ਮੈਂ ਅੱਗੇ ਵੀ ਇਹ ਗੱਲ ਕਈ ਵਾਰੀ ਕੀਤੀ ਹੈ ਕਿ ਪੂਰਾ ਵਰਲਡ ਕਿਸਾਨੀ ਨਾਲ ਜੁੜਿਆ ਹੋਇਆ, ਉਹਦਾ ਬੜਾ ਮੇਜਰ ਰੀਜ਼ਨ ਹੈ। ਤੁਸੀਂ ਦੇਖੋ ਕਈ ਲੋਕ ਸ਼ਹਿਰਾਂ ਦੇ ਵਿੱਚ ਰਹਿੰਦੇ ਆ, ਉਹ ਹੁਣ ਕਣਕ ਜਿਹੜੀ ਆ ਉਹ ਸਟੋਰਾਂ ਤੋਂ ਲੈ ਕੇ ਆਉਂਦੇ ਆ। ਉਹ ਕਣਕ ਸਟੋਰਾਂ ਤੇ ਕਿੱਥੋਂ ਆਉਂਦੀ ਹੈ? ਅਕਸਰ ਜ਼ਮੀਨ 'ਚ ਉੱਗੀ ਹੈ, ਕਿਸਾਨ ਨੇ ਪੈਦਾ ਕੀਤੀ, ਫਿਰ ਸਟੋਰਾਂ ਤੱਕ ਗਈ ਹੈ ਨਾ। ਦੁੱਧ ਕਿੱਥੋਂ ਆਉਂਦਾ? ਕਿਸਾਨਾਂ ਦੇ ਖੇਤਾਂ ਵਿੱਚੋਂ ਆਉਂਦਾ ਨਾ, ਜੇ ਉਹਨਾਂ ਨੇ ਮੱਝਾਂ ਰੱਖੀਆਂ ਨੇ, ਡੰਗਰ ਪਾਲੇ ਨੇ, ਉਹਨਾਂ ਤੋਂ ਹੀ ਡੇਅਰੀਆਂ ਦੇ ਵਿੱਚੋਂ ਬਣ ਕੇ ਫੇਰ ਹੀ ਸ਼ਹਿਰਾਂ ਤੱਕ ਪਹੁੰਚਦਾ ਨਾ। ਜੇ ਕੋਈ ਬਰਾਊਨ ਬ੍ਰੈਡ ਬਣ ਰਿਹਾ, ਕੋਈ ਕੇਕ ਪੇਸਟਰੀ ਬਣ ਰਹੀ ਹੈ, ਕੋਈ ਓਟਸ ਬਣ ਰਿਹਾ, ਦਲੀਆ ਬਣ ਰਿਹਾ, ਆਟਾ ਰੈਡੀਮੇਡ ਮਿਲ ਰਿਹਾ, ਕਿੰਨੀਆਂ ਚੀਜ਼ਾਂ ਰੈਡੀਮੇਡ ਮਿਲ ਰਹੀਆਂ, ਪਰ ਬਣ ਕਿੱਥੋਂ, ਆ ਕਿੱਥੋਂ ਰਹੀਆਂ, ਪੈਦਾ ਕਿੱਥੇ ਹੋ ਰਹੀਆਂ? ਖੇਤ ਵਿੱਚ। ਤਾਂ ਇਨਡਾਇਰੈਕਟ ਆਟੋਮੈਟਿਕ ਸਾਰੇ ਹੀ ਲੋਕ ਕਿਸਾਨੀ ਨਾਲ ਜੁੜੇ ਹੋਏ ਨੇ। ਜੇ ਕਿਸਾਨ ਖੇਤੀ ਨਹੀਂ ਕਰੂਗਾ, ਉਪਜ ਨਹੀਂ ਪਕਾਊਗਾ, ਤਾਂ ਉਹ ਚੀਜ਼ਾਂ ਅੱਗੇ ਬਣਨਗੀਆਂ ਕਿੱਥੋਂ? ਹੁਣ ਕੀ ਹੋਇਆ ਵੀ ਪੰਜਾਬ ਦੇ ਵਿੱਚ ਜ਼ਿਆਦਾਤਰ ਖੇਤੀ ਹੁੰਦੀ ਹੈ ਆਪਣੀ ਕਣਕ ਦੀ ਜਾਂ ਝੋਨੇ ਦੀ। ਆਲੂ ਵੀ ਚਲੋ ਕਾਫੀ ਤਾਂ ਲੱਗਦਾ, ਪਰ ਉਨੀ ਤਾਦਾਦ ਵਿੱਚ ਨਹੀਂ ਲੱਗਦਾ ਜਾਂ ਉਨੀ ਮਾਤਰਾ ਵਿੱਚ ਨਹੀਂ ਲੱਗਦਾ ਜਿੰਨਾ ਲੱਗਣਾ ਚਾਹੀਦਾ। ਉਹਦਾ ਰੀਜ਼ਨ ਕੀ ਹੈ? ਹੁਣ ਪਿੱਛੇ ਜੇ ਸੜਕਾਂ 'ਤੇ ਵੇਖਿਆ ਆਲੂ ਵੀ ਰੁਲਦਾ ਦਿਖਿਆ, ਕਿਉਂ? ਇਹੀ ਹੁਣ ਜਦੋਂ ਇਹ ਚੀਜ਼ਾਂ ਮੰਡੀਕਰਨ ਹੁੰਦਿਆਂ ਆਲੂ ਰੁਲੀ ਜਾਂਦਾ, ਤੇ ਜਦੋਂ ਇਹ ਆਪਦੇ ਰੂਲ ਐਕਟ ਪਾਸ ਕਰੀ ਜਾਣਗੇ ਤਾਂ ਫਿਰ ਕਿਸਾਨ ਕਿਉਂ ਨਾ ਰੁਲੇਗਾ? ਤੁਹਾਨੂੰ ਕੀ ਲੱਗਦਾ ਨਾ ਰੁਲੇਗਾ ਉਹ? ਅੱਛਾ, ਹੁਣ ਆਲੂ ਜੇ ਤੁਸੀਂ ਫੈਕਟਰੀਆਂ ਲਾਈਆਂ ਇੱਥੇ, ਲੇਜ਼ ਬਣਦੇ ਆ ਤੁਹਾਡੇ, ਉਹ ਫਰਾਈਜ਼ ਬਣਦੀਆਂ ਨੇ, ਤੇ ਕੀ ਗੱਲ ਉਹ ਪੰਜਾਬ ਦੇ ਆਲੂ ਨਹੀਂ ਬਣ ਸਕਦੀਆਂ? ਕਿ ਉਹਦਾ ਸਾਈਜ਼ ਛੋਟਾ ਹੈ ਜੀ, ਉਹ ਤੋਂ ਬਣਦੀ ਨਹੀਂ। ਯਾਰ ਸਾਈਜ਼ ਛੋਟਾ ਤੋਂ ਲਾਣਾ, ਐਡਾ ਵੀ ਸਾਈਜ਼, ਇੰਨੀਆਂ ਫਰਾਈਜ਼ ਬਣ ਗਏ ਕਿ ਫਰਾਈਜ਼ ਖਾਧੀਆਂ ਨਹੀਂ ਜਾਂਦੀਆਂ, ਕਿਉਂ? ਅੰਦਰ ਲੰਘਦੀਆਂ ਨਹੀਂ ਉਹ ਤੁਸੀਂ ਬਾਹਰੋਂ ਮੰਗਾ ਰਹੇ ਹੋ। ਤੇ ਜਿਹੜਾ ਇੱਥੇ ਖੇਤੀ ਕਰ ਰਿਹਾ, ਇੱਥੇ ਕਿਸਾਨ ਆਲੂ ਪਕਾ ਰਿਹਾ ਜਾਂ ਕੋਈ ਹੋਰ ਫਸਲਾਂ ਪਕਾ ਰਿਹਾ, ਤੁਸੀਂ ਉਹਦਾ ਸਾਥ ਨਹੀਂ ਦਿੰਦੇ, ਤੇ ਫਿਰ ਕਿਸਾਨ ਜਾਊਗਾ ਕਿੱਥੇ? ਹੁਣ ਇਸ ਤਰੀਕੇ ਨਾਲ ਵੇਖਿਆ ਜਾਏ ਇਨਡਾਇਰੈਕਟ ਵੇ ਨਾਲ ਕਿੰਨੇ ਲੋਕ ਜਿਹੜੇ ਸ਼ਹਿਰ, ਪੂਰੇ ਸ਼ਹਿਰਾਂ ਦੇ ਸ਼ਹਿਰ ਕਿਸਾਨੀ ਨਾਲ ਜੁੜੇ ਹੋਏ ਨੇ। ਜੇ ਕਿਸਾਨ ਦੇ ਖੇਤ ਵਿੱਚੋਂ ਇਹ ਚੀਜ਼ਾਂ ਬਣ ਕੇ ਆਉਂਦੀਆਂ ਨੇ ਤਾਂ ਫੇਰ ਹੀ ਅੱਗੇ ਰੈਡੀਮੇਡ ਚੀਜ਼ਾਂ ਬਣਦੀਆਂ ਨੇ। ਰੈਡੀਮੇਡ ਚੀਜ਼ਾਂ ਕਿਸਾਨੀ ਖੇਤੀ ਬੰਦ ਹੋ ਜੇ, ਤੁਸੀਂ ਸੋਚ ਕੇ ਵੇਖੋ, ਖੇਤ ਬਿਲਕੁਲ ਖਾਲੀ ਪਏ ਨੇ ਤੇ ਚੀਜ਼ਾਂ ਕਿਤੇ ਆਸਮਾਨ ਤੋਂ ਟਪਕ ਪੈਣਗੀਆਂ ਸਾਰੀਆਂ? ਬਿਲਕੁਲ ਨਹੀਂ ਨਾ ਟਪਕਣਗੀਆਂ। ਇਸ ਤਰ੍ਹਾਂ ਪੂਰਾ ਦਾ ਪੂਰਾ ਵਰਲਡ ਕਿਸੇ ਨਾ ਕਿਸੇ ਤਰੀਕੇ ਨਾਲ ਕਿਤੇ ਨਾ ਕਿਤੇ ਜਾ ਕੇ ਕਿਸਾਨੀ ਨਾਲ ਜ਼ਰੂਰ ਜੁੜਿਆ ਹੋਇਆ ਜੀ। ਜਿਵੇਂ ਕਿ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਆੜਤ ਵਰਗ ਹੈਗਾ, ਜਿਹੜਾ ਆੜਤੀਆ ਲੋਕ ਹੈਗੇ ਨੇ, ਕਿਸਾਨਾਂ ਨੂੰ ਲਗਭਗ ਉਹਨਾਂ ਦੇ ਦੁੱਖਾਂ ਤਕਲੀਫਾਂ 'ਚ ਹਨੇਰ ਸਵੇਰ ਉਹਨਾਂ ਦੀ ਲੋੜ ਪੈਂਦੀ ਰਹਿੰਦੀ ਹੈ। ਉਹਨਾਂ ਤੋਂ ਉਹ ਪੈਸੇ ਸੁਧਾਰ ਵੀ ਫੜਦੇ ਰਹਿੰਦੇ ਨੇ, ਕੰਮ ਕਰਦੇ ਰਹਿੰਦੇ ਨੇ। ਚਲੋ ਇੱਕ ਆਈ ਚਲਾਈ ਚੱਲਦੀ ਰਹਿੰਦੀ ਹੈ, ਜਿਵੇਂ ਕਹਿ ਦਈਏ, ਕਿਉਂਕਿ ਫਸਲ 6-6 ਮਹੀਨੇ ਬਾਅਦ ਜਿਹੜਾ ਪੈਸਾ ਆਉਣਾ ਹੈਗਾ, ਉਹਦੇ ਵਿਚਾਲੇ ਜੇ ਕੋਈ ਖਰਚਾ ਖੜਾ ਹੋ ਗਿਆ ਤਾਂ ਆੜਤ ਦਾ, ਜਿਹੜੇ ਆੜਤੀ ਹੈਗੇ ਨੇ, ਉਹ ਕਿਤੇ ਨਾ ਕਿਤੇ ਕਿਸਾਨਾਂ ਨਾਲ ਖੜਦੇ ਨੇ, ਉਹਨਾਂ ਦੀ ਹੈਲਪ ਕਰਦੇ ਨੇ। ਤੇ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਆੜਤ ਪਾਸੇ ਵਿਚੋਲਗਿਰੀ, ਜਿਹੜੀ ਜਿਹਨਾਂ ਨੂੰ ਕਹਿੰਦੇ ਆ ਕਿ ਵਿਚੋਲਗਿਰੀ ਪਾਸੇ ਕਰ ਦਿੱਤੀ ਜਾਊਗੀ। ਕਿੰਨਾ ਕੁ ਪ੍ਰਭਾਵ ਤੁਹਾਨੂੰ ਲੱਗਦਾ ਕਿ ਕਿਸਾਨਾਂ ਤੇ ਪਊਗਾ ਇਸ ਚੀਜ਼ ਦਾ? ਭਾਜੀ ਮੈਂ ਇੱਕ ਗੱਲ ਦੇਖਦਾ, ਇਹ ਕਹਿੰਦੇ ਵਿਚੋਲਗਿਰੀ ਹੈ, ਚਲੋ ਮੰਨ ਲਿਆ, ਇਹਨਾਂ ਦੀ ਮੰਨ ਲਈ ਵੀ ਵਿਚੋਲਗਿਰੀ ਹੈ। ਜੇ ਇਹ ਆੜਤੀਆ ਵਰਗ ਵਿੱਚੋਂ ਖਤਮ ਹੋ ਗਿਆ ਤਾਂ ਪੰਜਾਬ ਦਾ ਕਿਸਾਨ 90-95% ਦਾ ਖਤਮ ਹੋ ਗਿਆ। ਉਹਦਾ ਰੀਜ਼ਨ ਕੀ ਹੈ? ਸੁਣੋ ਰੀਜ਼ਨ ਸੁਣੋ। ਕਈਆਂ ਸਾਡੇ ਦਾਦਾ ਪੜਦਾਦਿਆਂ ਤੋਂ ਇਹ ਟਾਈਮ ਚੱਲਦਾ ਹੁੰਦਾ, ਫਸਲ ਜਿਹੜੀ 6 ਮਹੀਨੇ ਬਾਅਦ ਆਉਣੀ ਹੁੰਦੀ ਹੈ, ਠੀਕ ਹੈ? 6 ਮਹੀਨੇ ਬਾਅਦ ਫਸਲ ਆਉਂਦੀ, ਤੇ ਉਸ ਤੋਂ ਪਹਿਲਾਂ 6 ਮਹੀਨੇ ਤੋਂ ਪਹਿਲਾਂ ਆੜਤੀਏ ਨੂੰ ਕਿਸਾਨ ਦਾ ATM ਕਹਿੰਦੇ ਆ।
ਜਦੋਂ ਕਿਤੇ ਤੁਹਾਨੂੰ ਕਿਤੇ ਕੋਈ ਘਰ 'ਚ ਵਿਆਹ ਆ, ਕੋਈ ਪ੍ਰੋਗਰਾਮ ਹੈ, ਕੋਈ ਤੁਸੀਂ ਦਵਾਈ ਲੈਣੀ ਹੈ ਜਾਂ ਕੋਈ ਹੋਰ ਤੁਹਾਨੂੰ ਕੋਈ ਲੋੜ ਪੈ ਜਾਂਦੀ ਹੈ, ਕੋਈ ਐਮਰਜੈਂਸੀ ਆ ਜਾਂਦੀ ਹੈ, ਤੁਸੀਂ ਕਿੱਥੇ ਜਾਂਦੇ ਹੋ ਪੈਸੇ ਲੈਣ? ਆੜ੍ਹਤੀਏ ਕੋਲੇ। ਆੜ੍ਹਤੀਏ ਨੇ ਤੁਹਾਨੂੰ ਵੇਖਣਾ ਵੀ ਤੇਰੇ ਕੋਲ ਜ਼ਮੀਨ ਕਿੰਨੀ ਹੈ, ਤੇਰੇ ਕੋਲ 5 ਕਿੱਲੇ 10 ਕਿੱਲੇ 2 ਕਿੱਲੇ, ਉਸ ਹਿਸਾਬ ਨਾਲ ਤੈਨੂੰ ਪੈਸੇ ਦੇ ਦਿੰਦਾ ਵੀ ਹਾਂ ਚਲੋ ਇਹਦੀ ਇੰਨੀ ਫਸਲ ਆ ਜਾਣੀ ਯਾਰ, ਕੋਈ ਨਹੀਂ ਬਰਾਬਰ ਹੋ ਜਾਣੀ, ਕਿੱਡੀ ਕੁ ਵੱਡੀ ਗੱਲ ਹੈ। ਹੁਣ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦਾ ਕੰਮ ਚੱਲੀ ਜਾਂਦਾ, ਵਪਾਰੀ ਨੇ ਉਹਨਾਂ ਦਾ ਕੰਮ ਚੱਲੀ ਜਾਂਦਾ, ਉਹਨਾਂ ਅੱਜ ਸਵੇਰੇ ਸ਼ਾਮ ਨੂੰ ਚੀਜ਼ਾਂ ਵੇਚ ਕੇ ਪੈਸੇ ਵੱਟ ਕੇ ਨਾਲ ਦੀ ਨਾਲ ਜੇਬ 'ਚ ਪਾਏ ਤੇ ਘਰੇ ਚਲੇ ਗਏ। ਠੀਕ ਹੈ, ਕਿਸਾਨ ਦੀ ਫਸਲ ਆਉਣੀ 6 ਮਹੀਨੇ ਬਾਅਦ, ਤੇ 6 ਮਹੀਨੇ ਤੇ ਜਿਹੜਾ ਉਹਨਾਂ ਦਾ ਸਾਰਾ ਖਰਚ ਚੱਲਦਾ ਹੈ, ਕਿਸਾਨ ਦਾ ATM ਕਾਉਣਾ ਆੜ੍ਹਤੀਆ, ਤੇ ਉੱਥੋਂ ਹੀ ਉਹਦਾ ਸਾਰਾ ਖਰਚ ਚੱਲਦਾ ਹੈ। ਜੇ ਉਹ ਵਿੱਚੋਂ ਖਤਮ ਹੋ ਗਿਆ, ਆੜ੍ਹਤੀਆ ਤਾਂ ਮਰੂਗਾ, ਕਿਸਾਨ ਵੀ ਮਰੂਗਾ। ਜੇ ਉਹਨੂੰ ਵਿੱਚ ਕਿਤੇ ਲੋੜ ਪੈਂਦੀ ਤਾਂ ਕਿੱਥੇ ਜਾਊਗਾ? ਮਾੜਾ ਕਿਸਾਨ ਆ ਜਿਹੜਾ, ਮੱਧ ਵਰਗ ਦਾ ਕਿਸਾਨ ਆ ਜਿਹੜਾ, ਉਹ ਤਾਂ ਅੱਜ ਦੇ ਟਾਈਮ ਦੇ ਵਿੱਚ ਖਰਚੇ ਇੰਨੇ ਵੱਧ ਗਏ ਨੇ, ਖਰਚੇ ਹੀ ਨਹੀਂ ਪੂਰੇ ਹੁੰਦੇ ਉਹਦੇ। ਤੁਸੀਂ ਦੇਖੋ ਪੈਟਰੋਲ ਕਿੰਨਾ ਮਹਿੰਗਾ, ਡੀਜ਼ਲ ਕਿੰਨਾ ਮਹਿੰਗਾ, ਇਹ ਸਾਰੀਆਂ ਚੀਜ਼ਾਂ ਤਾਂ ਸਰਕਾਰਾਂ ਨੇ ਵਧਾਤੀਆਂ ਵੀ ਬਹੁਤ ਉੱਪਰ ਤੱਕ ਕਰ ਚੱਕਦੀਆਂ ਵੀ ਇਹ ਵੀ ਵਧਾ ਦਿਓ, ਉਹ ਵੀ ਵਧਾ ਦਿਓ। ਤੇ ਕਿਸਾਨ ਦੀ ਫਸਲ ਵਧਾਉਣ ਲੱਗੇ ਕੀ ਮੌਤ ਪੈਂਦੀ ਹੈ? ਕੋਈ ਪੈਂਦੀ ਹੈ ਮੌਤ? ਉਹਦੀ ਵਧਾਓ, ਫਿਰ ਉਹਦੇ ਖਰਚ ਤਾਂ ਉਨੇ ਹੀ ਹੈ ਨਾ। ਉਹਨੂੰ ਤਾਂ ਲੇਬਰ ਵੀ ਵੱਧ ਪਈ ਜਾਂਦੀ ਹੈ, ਲੇਬਰ ਦਾ ਰੇਟ ਵੀ ਵੱਧ ਗਿਆ, ਲੇਬਰ ਦਾ ਰੇਟ ਵੀ ਵੱਧ ਗਿਆ, ਡੀਜ਼ਲ ਦਾ ਰੇਟ ਵੱਧ ਗਿਆ, ਖਾਦਾਂ ਦਾ ਰੇਟ ਵੱਧ ਗਿਆ, ਰੀਹਾਂ ਦਾ ਰੇਟ ਵੱਧ ਗਿਆ, ਮੰਡੀਕਰਨ ਦਾ ਰੇਟ ਵੱਧ ਗਿਆ। ਤੁਸੀਂ ਉੱਥੇ ਜਾਂਦੇ ਹੋ ਟੈਕਸ ਨੂੰ ਪਤਾ ਨਹੀਂ ਕੀ ਪੈ ਜਾਂਦੇ, ਉਹਦਾ ਚੈੱਕ ਹੋਣ ਲੱਗ ਪੈਂਦੇ, ਜੇ ਮੋਇਸਚਰ ਜ਼ਿਆਦਾ ਜੀ ਘੱਟ, ਉਹਨੂੰ ਕਈ ਤਰ੍ਹਾਂ ਦੇ ਖਰਚੇ ਪੈ ਗਏ। ਪਰ ਉਹਦੀ ਫਸਲ ਦਾ ਰੇਟ 50 ਰੁਪਏ ਵਧਾਤਾ, 100 ਰੁਪਏ ਵਧਾਤਾ। ਤੁਹਾਨੂੰ ਲੱਗਦਾ ਕਿ 50-100 ਰੁਪਏ ਨਾਲ ਜਿਹੜੇ ਤੁਸੀਂ ਆਪਦੇ 50 ਰੁਪਏ ਡੀਜ਼ਲ ਤੋਂ 85 ਰੁਪਏ 70-75 ਰੁਪਏ ਡੀਜ਼ਲ ਤੇ ਲੈ ਗਏ ਹੋ, ਉਹਦੇ ਖਰਚੇ ਪੂਰੇ ਹੋਣਗੇ? ਕਿੰਨਾ ਡੀਜ਼ਲ ਖਪਦਾ? ਪੈਰੀ ਨਹੀਂ ਵਾਹੁਣ ਲਈ ਕਿੰਨਾ ਡੀਜ਼ਲ ਖਪਦਾ? ਤੇ ਉਹਨੂੰ ਤਾਂ ਉਹਨਾਂ ਵੱਧ ਖਰਚਾ ਪੈ ਗਿਆ ਨਾ, ਤਾਂ ਫਿਰ ਕਿਸਾਨ ਕਿੱਥੇ ਜਾਵੇ ਦੱਸੋ? ਬਿਲਕੁਲ। ਤੇ ਜਿਹੜਾ ਜਿਵੇਂ ਮਜ਼ਦੂਰਾਂ ਨੂੰ ਵੀ ਨਾਲ, ਮਜ਼ਦੂਰ ਉਨੇ ਹੀ ਨਾਲ ਹਿੱਸੇਦਾਰ ਨੇ, ਉਨੇ ਹੀ ਉਹਨਾਂ ਨੂੰ ਵੀ ਫਰਕ ਪੈਣਾ, ਉਨਾ ਹੀ ਉਹਨਾਂ ਤੇ ਵੀ ਇਸ ਜਿਹੜੇ ਆਰਡੀਨੈਂਸ ਪਾਸ ਹੋਏ ਨੇ ਉਹਨਾਂ ਤੇ ਅਸਰ ਹੋਣਾ ਹੈਗਾ। ਕਿਤੇ ਨਾ ਕਿਤੇ ਇਹ ਜ਼ਰੂਰ ਦੇਖਿਆ ਜਾ ਰਿਹਾ ਹੈ ਕਿ ਜ਼ਿਆਦਾ ਪੁਸ਼ ਇਹ ਚੀਜ਼ ਨੂੰ ਕੀਤਾ ਜਾ ਰਿਹਾ ਕਿ ਕਿਸਾਨਾਂ ਦਾ ਮੁੱਦਾ, ਉਸ ਚੀਜ਼ ਦੇ ਕਰਕੇ ਜਿਹੜਾ ਬਾਕੀ ਵਰਗ ਹੈਗਾ ਉਹ ਉਹਨਾਂ ਉੱਠ ਕੇ ਸਾਥ ਵੀ ਨਹੀਂ ਦੇ ਰਿਹਾ, ਉਹਨਾਂ ਉਹ ਮੋਰਚਿਆਂ ਦੇ ਵਿੱਚ, ਰੈਲੀਆਂ ਦੇ ਵਿੱਚ ਉਹਨਾਂ ਯੋਗਦਾਨ ਨਹੀਂ ਪਾ ਰਿਹਾ। ਕੀ ਕਾਰਨ ਲੱਗਦਾ? ਵੇਖੋ ਗੱਲ ਇਹ ਹੈ ਵੀ ਜਦੋਂ ਕੋਈ ਸੰਘਰਸ਼ ਸ਼ੁਰੂ ਹੁੰਦਾ ਨਾ, ਤਾਂ ਕਈ ਲੋਕ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਇਹ ਹੁੰਦਾ ਵੀ ਸੰਘਰਸ਼ ਨਾ ਅੱਗੇ ਜਿਹੜੇ ਖਤਮ ਹੋ ਜਾਵੇ, ਇੱਥੇ ਇਹਨੂੰ ਸੰਘਰਸ਼ ਨੂੰ ਪਾੜ ਦਈਏ, ਸੰਘਰਸ਼ ਅੱਗੇ ਨਾ ਚੱਲੇ, ਸੰਘਰਸ਼ ਖਤਮ ਹੋ ਜਾਵੇ ਤਾਂ ਜੋ ਸਾਡਾ ਉੱਲੂ ਸਿੱਧਾ ਰਵੇ। ਦੇਖੋ, ਇੱਕ ਕਿਸਾਨ ਏਕਤਾ, ਮਜ਼ਦੂਰ ਏਕਤਾ, ਇਹ ਗੱਲ ਚੱਲ ਰਹੀ ਹੈ। ਕਿਸਾਨ ਔਰ ਮਜ਼ਦੂਰ ਏਕਤਾ ਜਿੰਦਾਬਾਦ। ਜਿੱਥੇ ਵੀ ਨਾਲ ਲੱਗਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਮਤਲਬ ਮਜ਼ਦੂਰ ਵੀ ਨਾਲ ਹੈ ਕਿਸਾਨ ਦੇ। ਕਿਸਾਨ ਤੇ ਮਜ਼ਦੂਰ ਦਾ ਰਿਸ਼ਤਾ ਹੀ ਬੜਾ ਗੂੜਾ ਹੈ। ਮਜ਼ਦੂਰ ਬਿਨਾਂ ਕਿਸਾਨ ਨਹੀਂ ਤੇ ਕਿਸਾਨ ਬਿਨਾਂ ਮਜ਼ਦੂਰ ਹੈ ਨਹੀਂ। ਇਹਨਾਂ ਦੋਵਾਂ ਦਾ ਕਿੰਨਾ ਰਿਸ਼ਤਾ ਗੂੜਾ ਹੈ। ਜੇ ਦੋਵੇਂ ਇਹ ਖਤਮ ਹੋ ਗਏ ਤਾਂ ਕਿਸਾਨ ਖਤਮ ਹੋ ਗਿਆ ਤਾਂ ਮਜ਼ਦੂਰ ਵੀ ਖਤਮ ਹੋ ਗਿਆ। ਔਰ ਜਿਹੜੇ ਲੋਕਾਂ ਨੂੰ ਸ਼ਹਿਰਾਂ 'ਚ ਬੈਠਿਆਂ ਨੂੰ, ਦੁਕਾਨਦਾਰ ਬੈਠੇ, ਵਪਾਰੀਆਂ ਬੈਠਿਆਂ ਨੂੰ ਇਹ ਚੀਜ਼ ਅੱਜ ਲੱਗ ਰਹੀ ਹੈ ਨਾ ਕਿ ਮੁੱਦਾ ਸਾਡਾ ਨਹੀਂ ਹੈਗਾ, ਇਹ ਸਿਰਫ ਕਿਸਾਨੀ ਦਾ ਮੁੱਦਾ, ਸਿਰਫ ਕਿਸਾਨ ਦਾ ਮੁੱਦਾ ਜਾਂ ਪਿੰਡਾਂ ਵਾਲਿਆਂ ਦਾ ਮੁੱਦਾ ਹੈ, ਉਹ ਇਹ ਭੁਲੇਖਾ ਕੱਢ ਦੇਣ। ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਲੋਕ ਵੀ ਸਾਰੇ ਦੇਖੋਗੇ ਤੁਹਾਡੇ ਨਾਲ ਹੁੰਦੀ ਕੀ ਹੈ। ਬਿਲਕੁਲ। ਜਦੋਂ ਕਿਸਾਨ ਖਤਮ ਹੋ ਗਿਆ, ਕੋਈ ਚੀਜ਼ ਖਰੀਦਣ ਵਾਲਾ ਰਹਿ ਹੀ ਨਹੀਂ ਗਿਆ, ਤਾਂ ਤੁਹਾਡੀਆਂ ਦੁਕਾਨਾਂ 'ਚੋਂ ਕਿੰਨੇ ਸਮਾਨ ਖਰੀਦਣਾ? ਤੁਹਾਡੇ ਕੋਲ ਕਿਹਨੇ ਆਉਣਾ? ਜਦੋਂ ਕਿਸਾਨ ਦੀ ਜੇਬ 'ਚ ਕੁਝ ਨਹੀਂ ਰਿਹਾ, ਉਹ ਕਰਜ਼ਾਈ ਤਾਂ ਕਿਸਾਨ ਪਹਿਲਾਂ ਹੀ ਹੈ ਪੰਜਾਬ ਦਾ। 90-95% ਪੰਜਾਬ ਦਾ ਜਿਹੜਾ ਕਿਸਾਨ ਆ ਉਹ ਕਰਜ਼ਾਈ ਹੈ। ਠੀਕ ਹੈ, ਜਦੋਂ ਉਹਦੇ ਕੋਲ ਇਹ ਵੀ ਸਾਰਾ ਕੁਝ ਖਤਮ ਹੋ ਗਿਆ, ਉਹਦੇ ਕੋਲ MSP ਨਹੀਂ ਰਹੀ, ਉਹਦੀਆਂ ਫਸਲਾਂ ਦੇ ਰੇਟ ਨਹੀਂ ਢੰਗ ਨਾਲ ਰਹੇ, ਉਹਦੇ ਕੋਲ ਆੜ੍ਹਤੀ ਵਰਗ ਖਤਮ ਹੋ ਗਿਆ, ਉਹ ਸਾਰਾ ਕੁਝ ਹੌਲੀ ਹੌਲੀ ਖਤਮ ਹੋ ਗਿਆ, ਤਾਂ ਜਦੋਂ ਕੋਲ ਜੇਬ 'ਚ ਉਹਦੇ 'ਚ ਪੈਸਾ ਹੀ ਨਹੀਂ ਕੁਝ ਹੈਗਾ ਤਾਂ ਉਹ ਖਰੀਦਣ ਕੀ ਜਾਊਗਾ? ਇਹ ਬਾਕੀਆਂ ਨੇ ਵੀ ਔਖੇ ਹੋ ਜਾਣਾ। ਇਹ ਚੀਜ਼ ਲੋਕੀ ਚੀਜ਼ ਸਮਝ ਲੈਣ, ਔਰ ਬਾਕੀ ਸਟੇਟਾਂ ਵਾਲੇ ਵੀ ਸਮਝ ਲੈਣ। ਤੁਸੀਂ ਬਿਹਾਰ ਦਾ ਹਾਲ ਵੇਖ ਲਓ ਕੀ ਹੋਇਆ, ਉੱਥੇ ਇਹਨਾਂ ਦੇ ਇਹ ਮੁੱਦੇ ਸਾਰੇ ਫੇਲ ਹੋਏ ਨੇ। ਬਿਲਕੁਲ। ਇਹ ਜੋ ਇਹਨਾਂ ਨੇ ਅੱਜ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਸ਼ੁਰੂ ਕੀਤਾ ਨਾ, MSP ਜਾਂ ਆਪਦੇ ਨਵੇਂ ਬਿੱਲ ਕਾਨੂੰਨ ਪਾਸ ਕੀਤੇ ਨੇ, ਇਹ ਪਹਿਲਾਂ ਬਾਹਰਲੇ ਸਟੇਟਾਂ 'ਚ ਪਾਸ ਕੀਤੇ ਹੋਏ ਨੇ। ਬਿਹਾਰ 'ਚ ਪਾਸ ਆ, ਕਿੰਨਾ ਕੁ ਪਾਸ ਹੋ ਗਿਆ ਉਹ? ਸਾਰਾ ਬਿਹਾਰ ਭੁੱਖਾ ਮਰਦਾ ਪਿਆ। ਬਿਲਕੁਲ। ਮੈਂ ਖੁਦ ਬਿਹਾਰ ਜਾ ਕੇ ਵੇਖਿਆ, ਮੈਂ ਬਿਹਾਰ ਦੇ ਵਿੱਚ ਜਾ ਕੇ ਦੇਖਿਆ ਕਿ ਉੱਥੇ ਹਾਲਾਤ ਕੀ ਨੇ ਬਿਹਾਰ ਦੇ, ਉੱਥੇ ਜ਼ਮੀਨਾਂ ਦੇ ਕੀ ਹਾਲ ਨੇ, ਬਹੁਤ ਜ਼ਿਆਦਾ ਬੱਤਰ ਹਾਲ ਨੇ। ਕੀ ਕਾਰਨ ਲੱਗਦਾ ਕਿ ਸਰਕਾਰ, ਇਹ ਪਹਿਲੀ ਵਾਰ ਨਹੀਂ ਹੋਇਆਗਾ ਕਿ ਕਿਸਾਨਾਂ ਨਾਲ ਕੋਈ ਧੱਕਾ ਹੋ ਰਿਹਾ, ਇਹ ਪਹਿਲਾਂ ਤੋਂ ਵੀ ਕਾਫੀ ਵਾਰ ਹੋ ਚੁੱਕਿਆ, ਪਰ ਐਡਾ ਵੱਡਾ ਅੰਦੋਲਨ, ਐਡਾ ਵੱਡਾ ਜਿਹੜਾ ਮੋਰਚਾ, ਜਿਹੜਾ ਹੁਣ ਲੋਕ ਅੰਦੋਲਨ ਜਿਹੜਾ ਬਣ ਚੁੱਕਿਆ, ਉਹ ਛੇਤੀ ਨਹੀਂ ਬਣਦੇ, ਛੇਤੀ ਨਹੀਂ ਤੁਰਿਆ ਕਰਦੇ, ਅੱਜ ਬਣ ਚੁੱਕਿਆ। ਪਰ ਕੀ ਕਾਰਨ ਲੱਗਦਾ ਕਿ ਕਿਸਾਨ ਕਿਉਂ ਵੈਰੀ ਬਣੀ ਹੋਈ ਹੈ ਕਿਸਾਨਾਂ ਦੀ? ਜਿਹੜੇ ਦੋਗਲੇ ਲੋਕ ਹੁੰਦੇ ਨਾ ਵਿੱਚ, ਇਹ ਕਿਸੇ ਸੰਘਰਸ਼ ਨੂੰ ਸਿਰੇ ਨਹੀਂ ਲੱਗਣ ਦਿੰਦੇ ਹੁੰਦੇ। ਅੱਗੇ ਵੀ ਤੁਸੀਂ ਪੁਰਾਣਾ ਇਤਿਹਾਸ ਵੀ ਫੋਲ ਕੇ ਦੇਖ ਲਿਓ ਕਿਤੇ, ਜਦੋਂ ਕੋਈ ਸੰਘਰਸ਼ ਸ਼ੁਰੂ ਹੋਇਆ ਨਾ, ਜਦੋਂ ਉਹਨਾਂ ਦੇ ਵਿੱਚ ਕੋਈ ਦੋਗਲਾ ਇਨਸਾਨ ਵੜ ਗਿਆ ਨਾ, ਜਿਹੜੇ ਸਮਝੌਤੇ, ਅੰਦਰ ਖਾਤੇ ਸਮਝੌਤੇ ਕਹੋਗੇ, ਜਿਹੜੇ ਅੰਦਰ ਖਾਤੇ ਸਮਝੌਤੇ ਕਰਾਉਣ ਲੱਗ ਪੈਂਦੇ ਆ, ਉਹ ਇਹ ਸੰਘਰਸ਼ਾਂ ਨੂੰ ਲੈ ਕੇ ਬਹਿ ਜਾਂਦੇ ਆ। ਅੰਦਰ ਖਾਤੇ ਸਮਝੌਤੇ ਕਰਨ ਦਾ ਮਤਲਬ ਕੀ ਹੈ? ਵੀ ਅੰਦਰ ਵੜੋ, ਆਪਦੀ ਸੈਟਿੰਗ ਕਰੋ, ਉਹਨੂੰ ਮਾੜਾ ਸਮਝਾਓ, ਨਹੀਂ ਠੀਕ ਹੈ ਕੋਈ ਗੱਲ ਨਹੀਂ, 2-4 ਸਾਲ ਬਾਅਦ ਉਹਨੂੰ ਦੇਖੋ ਯਾਰ ਮੈਂ ਕੀ ਕਰਾਉਣਾ ਤਾਂ ਕਰਤਾ, ਤੇ ਆਪੇ ਅੰਦੋਲਨ ਵੀ ਖਤਮ, ਸੰਘਰਸ਼ ਵੀ ਖਤਮ, ਤੇ ਕਿਸਾਨ ਤੇ ਆਟੋਮੈਟਿਕ ਸਾਰਾ ਕੁਝ ਭਾਰੂ ਪੈ ਜਾਂਦਾ। ਕਿਸਾਨ ਤੇ ਤਾਂ ਭਾਰੀ ਪੈ ਜਾਂਦੇ ਨੇ ਕਿਉਂਕਿ ਕਿਸਾਨ ਜਿਹੜਾ ਆ ਵਰਗ ਹੈ, ਉਹ ਵਰਗ ਸਿਰਫ ਆਪਦੀ ਖੇਤੀ ਨਾਲ ਸੰਬੰਧਿਤ ਰੱਖਦਾ, ਉਹ ਬਾਹਰ ਕਿਸੇ ਨਾਲ ਫਾਲਤੂ ਨਹੀਂ ਕਿਤੇ ਬੈਠਦਾ ਉੱਠਦਾ, ਉਹਨੂੰ ਸਿਰਫ ਹੁੰਦਾ ਵੀ ਮੈਂ ਇਹਦੀ ਖੇਤੀ ਕਰਾਂ, ਆਪਦੀ ਜ਼ਮੀਨ ਸਾਂਭਾਂ, ਤੇ ਬਸ ਗੱਲ ਖਤਮ ਹੈ।
ਉਹ ਲੀਡਰ ਪੁਣੇ 'ਚ ਨਹੀਂ ਆਉਣਾ ਚਾਹੁੰਦਾ ਕਿਸਾਨ। ਹੁਣ ਉਹਦੀ ਫਸਲ ਹੁਣ ਤਾਂ ਉਹਦਾ ਘਰ ਹੀ ਨਹੀਂ ਉੱਠਣ ਦਿੰਦਾ। ਕਦੀ ਉੱਪਰੋਂ ਗੜੇਮਾਰੀ ਪੈ ਗਈ ਜੀ, ਕਦੀ ਪਿੱਛੇ ਜੇ ਕੀ ਹੋਇਆ ਸਪਰੇਆਂ ਮਾੜੀਆਂ ਆ ਗਈਆਂ। ਅੱਛਾ, ਕਈਆਂ ਲੋਕਾਂ ਦੀਆਂ ਫਸਲਾਂ ਖਰਾਬ ਹੋਣ, ਦੁਬਾਰਾ ਸਪਰੇਆਂ ਕਰਨੀ, ਮੈਂ ਕਿੰਨਾ ਕੁ ਮੁਆਵਜ਼ਾ ਦਿੱਤਾ ਗਿਆ ਕਿਸਾਨਾਂ ਨੂੰ? ਕੋਈ ਮੁਆਵਜ਼ਾ ਨਹੀਂ ਮਿਲਿਆ। ਗੜੇਮਾਰੀ ਹੋਈ, ਕਿੰਨਾ ਕੁ ਮੁਆਵਜ਼ਾ ਮਿਲਿਆ? 2-2 4-4 ਮੁਆਵਜ਼ਾ। ਤੁਹਾਨੂੰ ਲੱਗਦਾ 2000 ਰੁਪਏ ਦਾ ਮੁਆਵਜ਼ਾ ਕਿਸਾਨ ਦੀ ਫਸਲ ਦਾ ਬਹੁਤ ਹੁੰਦਾ? ਇਹ ਕਿਸਾਨ ਮਾਰੂ ਨੀਤੀਆਂ ਇਹਨਾਂ ਦੀਆਂ। ਬਿਲਕੁਲ। ਜਿਹੜੇ ਕਲਾਕਾਰ ਜਿਹੜੇ ਇੱਧਰ ਆਏ ਨੇ ਕਿਸਾਨਾਂ ਦੇ ਪੱਖ ਦੇ ਵਿੱਚ, ਕਿਸਾਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਕਹਿ ਰਹੇ ਨੇ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ, ਅਸੀਂ ਨਾਲ ਚੱਲਾਂਗੇ, ਕੀ ਲੱਗਦਾ ਹੈ ਕਿ ਇਹ ਸਿਰਫ ਪਬਲਿਸਿਟੀ ਸਟੰਟ ਨੇ ਜਾਂ ਵਾਕਈ ਉਹਨਾਂ ਨੂੰ ਹੈਗੀ ਹੈ ਕਿ ਕਿਸਾਨਾਂ ਦੇ ਨਾਲ ਤੁਰਨਾ ਜਾਂ ਕਿਸਾਨਾਂ ਨਾਲ ਮਾੜੀ ਹੋ ਰਹੀ? ਤੁਸੀਂ ਇੱਕ ਗੱਲ ਦੱਸੋ, ਜੇ ਪਬਲਿਸਿਟੀ ਸਟੰਟ ਹੋਣ, ਪਬਲਿਸਿਟੀ ਸਟੰਟ ਤਾਂ ਬੜੇ ਚੱਲਦੇ ਹੁੰਦੇ ਨੇ ਪਹਿਲਾਂ ਤੋਂ ਹੀ। ਕਿਸੇ ਸਿੰਗਰ ਦੇ ਖਿਲਾਫ ਬੋਲਦੇ ਹੋ, ਉਹਨੇ ਐ ਬੋਲਤਾ, ਉਹ ਬੋਲਤਾ, ਉਹ ਪਬਲਿਸਿਟੀ ਸਟੰਟ ਹੁੰਦਾ। ਪਰ ਜਦੋਂ ਵੱਡਾ ਮੁੱਦਾ ਚੱਲਦਾ ਪਿਆ ਤੇ ਉਹਨਾਂ ਨੂੰ ਵੀ ਲੱਗਦਾ ਕਿ ਯਾਰ ਵਿੱਚ ਜਾਵਾਂ ਤੇ ਨਾਮ ਹੋਰ ਜ਼ਿਆਦਾ ਆਊਗਾ, ਚਰਚਾ 'ਚ ਆਊਗਾ। ਤੁਸੀਂ ਦੇਖੋ, ਨਾਮ ਚਰਚਾ 'ਚ ਆਉਂਦੀ, ਉਹੀ ਮੈਂ ਗੱਲ ਕਰ ਰਿਹਾ ਨਾ, ਪਬਲਿਸਿਟੀ ਨਾਮ ਚਰਚਾ 'ਚ ਲਿਆਉਣਾ ਉਹ ਅਲੱਗਾ ਗੱਲ ਹੁੰਦੀ ਹੈ, ਠੀਕ ਹੈ। ਆਪਾਂ ਸਿੰਗਰ ਹਾਂ, ਸਿੰਗਰ ਕਦੋਂ ਬਣਿਆ? ਹੁਣ। ਫਿਰ ਉਸ ਤੋਂ ਪਹਿਲਾਂ ਕੀ ਆ? ਕਿਸਾਨ, ਕਿਸਾਨੀ ਨਾਲ ਜੁੜੇ ਹੋਏ ਆ, ਕਿਸਾਨਾਂ ਦੇ ਪੁੱਤਾਂ। ਉਹ ਪੜ੍ਹਾਉਣ ਤੱਕ, ਜਦੋਂ ਤੱਕ ਡਿਗਰੀਆਂ ਚੱਲਦੀਆਂ ਆਈਆਂ ਉਦੋਂ ਤੱਕ ਅਸੀਂ ਕਿਸਾਨ ਹੀ ਸੀਗੇ, ਕਿਉਂਕਿ ਅਸੀਂ ਕਿਸਾਨੀ ਨਾਲ ਸੰਬੰਧਿਤ ਹਾਂ। ਉਸ ਤੋਂ ਬਾਅਦ ਜਿਹੜਾ ਗਾਇਕੀ ਵਾਲਾ ਜਿਹੜਾ ਪ੍ਰੋਫੈਸ਼ਨ ਹੈ ਅਸੀਂ ਆਪ ਚੁਣਿਆ। ਇਹ ਕਲਾਕਾਰ ਅਸੀਂ ਬਾਅਦ 'ਚ ਹਾਂ। ਸਾਨੂੰ ਵੀ ਪਤਾ ਜੇ ਸਾਡਾ ਘਰ ਹੀ ਖਤਮ ਹੋ ਜਾਏਗਾ, ਸਾਡਾ ਪਿੱਛੇ ਕੁਝ ਰਿਹਾ ਹੀ ਨਹੀਂ, ਤੇ ਅਸੀਂ ਗਾਣੇ ਕਿਹਨਾਂ ਨੂੰ ਸੁਣਾਉਣੇ ਆ? ਅਸੀਂ ਢੋਲਕੀਆਂ ਛੇਣਿਆਂ ਤੇ ਕਿੱਥੇ ਜਾ ਕੇ ਵਜਾਉਣੇ ਆ? ਬਿਲਕੁਲ। ਜਦੋਂ ਸਾਡਾ ਕਿਸਾਨ ਵਰਗ, ਸਾਡਾ ਭਰਾ ਹੀ ਖਤਮ ਹੋ, ਸਾਡਾ ਪਰਿਵਾਰ ਹੀ ਖਤਮ ਹੋ ਗਿਆ, ਸਾਡਾ ਪੰਜਾਬ ਹੀ ਖਤਮ ਹੋ ਗਿਆ, ਤਾਂ ਅਸੀਂ ਕਿੱਧਰ ਜਾਣਾ ਹੈ ਦੱਸੋ? ਪਬਲਿਸਿਟੀ ਸਟੰਟ ਉੱਥੇ ਹੁੰਦੇ ਆ ਜਿੱਥੇ ਆਪਾਂ ਨੂੰ ਪਤਾ ਵੀ ਆਪਾਂ ਨੂੰ ਫੇਮ ਮਿਲ ਜਾਣਾ। ਤੁਸੀਂ ਦੇਖੋ, ਮੈਂ ਕਲਾਕਾਰ ਅੱਜ ਹੋਰ ਰਣਜੀਤ ਬਾਵੇ ਬਾਈ ਹੋਣੀ ਆ, ਦੀਪ ਸਿੱਧੂ ਬਾਈ ਆ, ਜੱਸੇ ਬਾਈ ਹੋਣੀ ਆ, ਸਾਰੇ ਕਿੰਨੇ ਸਿੱਪੀ ਬਾਈ ਹੋਣੀ, ਸਾਰੇ ਨਾਲ ਖੜੇ ਆ। ਪਬਲਿਸਿਟੀ ਸਟੰਟ ਹੁੰਦਾ ਹੈ ਇੱਕ ਦੇ ਸਿੰਗਰ ਦਾ, ਇੱਕ ਜਾਂ ਦੋ ਜਣੇ ਕਰ ਲਿਆ, ਉਹਨਾਂ ਫੇਮ ਲੈ ਲਿਆ, ਉਹਨਾਂ ਚਲੋ ਬਈ ਪਾਪਾ ਨਾਂ ਚਮਕਾ ਲਈ, ਆਪਾਂ ਨਾਂ ਚਮਕਾ ਲਈ। ਤੁਹਾਨੂੰ ਹੁਣ ਤਾਂ ਸਾਰੇ ਹੀ ਆ ਗਏ ਨਾ ਉੱਥੇ, ਨਾਂ ਤਾਂ ਫਿਰ ਸਾਰਿਆਂ ਦਾ ਚਮਕਣਾ ਨਾ, ਕਿਸੇ ਇੱਕ ਦਾ ਨਹੀਂ ਚਮਕੇਗਾ। ਬਿਲਕੁਲ। ਇੱਥੇ ਕਿਸਾਨਾਂ ਦਾ ਵੀ ਨਾਮ ਚਮਕ ਰਿਹਾ। ਹੁਣ ਨੌਜਵਾਨਾਂ ਦੀ ਵੀ ਗੱਲ ਹੋ ਰਹੀ ਹੈ, ਨੌਜਵਾਨਾਂ ਨੂੰ ਵਾਹ ਮਿਲ ਰਹੀ ਹੈ ਵੀ ਨੌਜਵਾਨੀ ਅੱਗੇ ਆਈ ਹੈ, ਵਾਹ ਨੌਜਵਾਨ ਵੀ ਨਾਮ ਖੱਟ ਰਹੇ ਨੇ। ਬਿਲਕੁਲ। ਪਰ ਹਾਈਲਾਈਟ ਕੀ ਹੋ ਜਾਂਦਾ ਵੀ ਜਿਹੜਾ ਬੰਦਾ ਫੇਮ 'ਚ ਹੈ, ਹਾਂ ਉਹਨੂੰ ਸਟੇਜ ਤੇ ਬੋਲਣ ਦਾ ਮੌਕਾ ਮਿਲ ਜਾਂਦਾ, ਆਪਣੇ ਵਿਚਾਰ ਰੱਖ ਸਕਦਾ ਹੈ। ਗੋਨਿਆਂ ਨੇ ਮੰਡੀ ਵੀ ਹੋਇਆ, ਬਟਾਲੇ ਵੀ ਹੋਇਆ, ਧਰਨੇ ਲੱਗੇ, ਮਾਰਚ ਹੋਏ, ਰੋਸ ਮਾਰਚ ਹੋਇਆ, ਉੱਥੇ ਹਰੇਕ ਨੂੰ ਬੋਲਣ ਦਾ ਮੌਕਾ ਮਿਲਿਆ। ਆਮ ਲੋਕਾਂ ਨੂੰ ਵਿੱਚ ਬੈਠੇ, ਜਿਹੜਾ ਚਾਹੁੰਦਾ ਸੀ ਮੈਂ ਆਪਣਾ ਭੜਾਸ ਕੱਢਣੀ, ਆਪਣਾ ਰੋਸ ਦੱਸਣਾ, ਉਹਨੂੰ ਵੀ ਮੌਕਾ ਮਿਲਿਆ। ਪਬਲਿਸਿਟੀ ਸਟੰਟ ਉੱਥੇ ਹੋਊਗਾ ਜਿੱਥੇ ਸਿਰਫ ਸਿੰਗਰਾਂ ਨੂੰ ਬੋਲਣ ਦਾ ਮੌਕਾ ਮਿਲਿਆ, ਉਹ ਬੋਲ ਕੇ ਚਲੇ ਗਏ। 31 ਕਹਿੰਦੇ ਵੀ 31 ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਹੈਗੀਆਂ ਨੇ, ਉਹ ਵੀ ਨਾਲ ਰਲ ਚੁੱਕੀਆਂ ਨੇ। ਕਿਸਾਨੀ ਜਿਹੜਾ ਅੰਦੋਲਨ ਆ ਹੋਰ ਵੱਡਾ ਹੋ ਚੁੱਕਿਆ। ਪਰ ਕਿਤੇ ਨਾ ਕਿਤੇ ਜਿਹੜੇ ਆਪਣੇ ਕਲਾਕਾਰਾਂ ਦੀ ਜਿਵੇਂ ਗੱਲ ਕਰਦੇ ਪਏ ਆ, ਕੁਝ ਕਲਾਕਾਰ ਜਿਹੜੇ ਪੰਜਾਬ ਦੇ ਵਿੱਚ ਹੈਗੇ ਨੇ, ਨੋ ਡਾਊਟ ਸਾਰੇ ਉਹ ਹਿੱਸਾ ਪਾ ਰਹੇ ਨੇ, ਆਪਦਾ ਯੋਗਦਾਨ ਪਾ ਰਹੇ ਨੇ। ਪਰ ਜਿਹੜੇ ਪੰਜਾਬ ਤੋਂ ਗਏ ਹੋਏ ਨੇ, ਦਿੱਲੀ ਬੰਬੇ ਬੈਠੇ ਨੇ, ਉਹਨਾਂ ਕਲਾਕਾਰਾਂ ਦੁਆਰਾ ਉਹਨਾਂ ਹਿੱਸਾ ਨਹੀਂ ਪਾਇਆ ਜਾ ਰਿਹਾ, ਉਹਨਾਂ ਦੁਆਰਾ ਕੋਈ ਬੋਲ ਵੀ ਨਹੀਂ ਦਿੱਤਾ ਜਾ ਰਿਹਾ। ਕੀ ਕਾਰਨ ਲੱਗਦਾ? ਬੜੀ ਸ਼ਰਮ ਵਾਲੀ ਗੱਲ ਹੈ ਵੈਸੇ ਤਾਂ, ਬੜੀ ਸ਼ਰਮ ਵਾਲੀ ਗੱਲ ਹੈ ਕਿ ਤੁਸੀਂ ਪੰਜਾਬ ਦੇ ਹੋ ਕੇ, ਪੰਜਾਬ ਦੇ ਪੁੱਤ ਹੋ ਕੇ ਤੇ ਪੰਜਾਬ ਬਾਰੇ ਬੋਲੋ ਹੀ ਨਾ। ਬੜੀ ਮਤਲਬ ਮੈਂ ਤਾਂ ਇਦੋਂ ਵੱਡੀ ਲਾਹਨਤ ਹੀ ਨਹੀਂ ਗਿਣਦਾ ਕੋਈ ਵੀ ਤੁਸੀਂ ਉੱਥੇ ਹੋ ਕੇ ਤੁਸੀਂ ਉਸ ਬਾਰੇ ਇੱਕ ਲਫ਼ਜ਼ ਹੀ ਨਹੀਂ ਬੋਲ ਸਕਦੇ। ਵੀ ਤੁਸੀਂ ਇੰਨਾ ਹੀ ਬੋਲਦੇ ਹੋ ਵੀ ਇਹ ਜਿਹੜਾ ਬਿੱਲ ਪਾਸ ਕੀਤਾ ਗਿਆ ਹੈ ਇਹ ਬੜਾ ਮਾੜਾ ਹੈ। ਹੁਣ ਇੱਕ ਤੁਸੀਂ ਉੱਥੋਂ ਦੀ ਗੱਲ ਕੀ ਕਰਦੇ ਹੋ, ਤੁਸੀਂ ਨੈਸ਼ਨਲ ਮੀਡੀਆ ਦੀ ਗੱਲ ਲੈ ਲਓ, ਉਹ ਕਿੰਨਾ ਕਿਸਾਨਾਂ ਨੂੰ ਦਿਖਾ ਰਿਹਾ। ਉਹਨਾਂ ਕੋਲ ਇੱਕ ਮੁੱਦਾ ਸਿਰਫ ਫੜਿਆ, ਕੋਈ ਮੁੱਦਾ ਫੜ ਲੈਂਦੇ ਆ, ਉਹ ਫਲਾਣਾ ਮੁੱਦਾ ਫੜ ਲਓ, ਫਲਾਣਾ ਮੁੱਦਾ ਫੜ ਲਓ, ਉਹਨੂੰ ਭਖਾਈ ਜਾਣਗੇ, ਪਰ ਕਿਸਾਨਾਂ ਦੀ ਗੱਲ ਹੀ ਨਹੀਂ ਕਰਨਗੇ। ਰੀਸੈਂਟਲੀ ਹੁਣ ਰੇਪ ਹੋਇਆ ਕੁੜੀ ਦਾ ਹਾਥਰਸ ਦੇ ਵਿੱਚ, ਮਨੀਸ਼ਾ ਸ਼ਾਇਦ ਨਾਮ ਸੀ ਕੁੜੀ ਦਾ, ਕੁਛ ਇੱਦਾਂ ਦਾ ਨਾਮ ਸੀਗਾ ਉਹਦਾ ਗੈਂਗ ਰੇਪ ਹੋਇਆ, ਠੀਕ ਹੈ। ਬੜੀ ਹੀ ਮੰਦਭਾਗੀ ਤੇ ਬੜੀ ਹੀ ਗੰਦੀ ਘਟਨਾ। ਮੈਂ ਕਹਿੰਦਾ ਵੀ ਰੂਲ ਬਣਨਾ ਚਾਹੀਦਾ, ਜਿਹੜਾ ਬੰਦਾ ਕੋਈ ਰੇਪ ਕਰਦਾ ਉਹਨੂੰ ਤਾਂ ਗੋਲੀ ਮਾਰ ਕੇ ਮਾਰ ਹੀ ਦੇਣਾ ਚਾਹੀਦਾ। ਬਸ ਫਿਰ ਇੱਥੇ ਕਣ ਖਤਮ ਹੁੰਦੀ। ਅੱਛਾ, ਤੁਸੀਂ ਇੱਕ ਚੀਜ਼ ਨੋਟਿਸ ਕਰੋ, ਹੁਣ ਆਪਾਂ ਕਹਿੰਦੇ ਵੀ ਉਹ ਪੱਖ ਵੀ ਦਿਖਾਉਣਾ ਬਣਦਾ, ਪਰ ਕੁਛ ਮੀਡੀਆ ਮੈਂ ਦੇਖ ਰਿਹਾ ਜਦੋਂ ਪਤਾ ਲੱਗ ਗਿਆ ਵੀ ਉਹ ਮੀਡੀਆ ਘਰੇ ਜਾਣ ਹੀ ਨਹੀਂ ਦੇ ਰਹੇ, ਉੱਥੇ ਉਹਨਾਂ ਦੇ ਘਰ ਮੀਡੀਆ ਤੇ ਆ ਰਹੇ ਗੱਲਾਂ ਵੀ ਉਹਨਾਂ ਦੇ ਘਰ 'ਚ ਕਿਸੇ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ, ਸਿਰਫ ਬਾਹਰ ਹੀ ਜਾ ਰਿਹਾ। ਕੁਛ ਪੱਤਰਕਾਰ ਉੱਥੇ ਚੀਕ ਕਹਿ ਰਿਹਾ, ਵੇਖੋ ਜੀ ਮੈਂ ਖੇਤਾਂ ਦੇ ਵਿੱਚੋਂ ਦੀ ਵੜ ਕੇ ਉੱਥੇ ਤੱਕ ਜਾ ਰਿਹਾ, ਮੈਂ ਇੱਧਰੋਂ ਵੜ ਕੇ ਉੱਥੇ ਤੱਕ ਜਾ ਰਿਹਾ। ਠੀਕ ਹੈ, ਤੁਸੀਂ ਜਾ ਰਹੇ ਹੋ, ਬਹੁਤ ਵਧੀਆ ਗੱਲ ਹੈ, ਤੁਸੀਂ ਪਹੁੰਚੋ, ਉਹਨਾਂ ਦੀ ਖਬਰ ਦਿਖਾਓ, ਪਰ ਕਿਤੇ ਨਾ ਕਿਤੇ ਤੁਸੀਂ ਯਾਰ ਕਿਸਾਨਾਂ ਵਾਸਤੇ ਵੀ ਕਿਉਂ ਨਹੀਂ ਆ ਸਕਦੇ? ਜੇ ਤੁਸੀਂ ਉੱਥੇ ਇੰਨਾ ਜ਼ੋਰ ਲਾ ਸਕਦੇ ਹੋ, ਉੱਥੇ ਜ਼ੋਰ ਲਾ ਸਕਦੇ ਹੋ ਸਜ਼ਾ ਦਿਵਾਉਣ ਦੇ ਲਈ, ਤੇ ਕੀ ਤੁਸੀਂ ਸਾਡਾ ਪੱਖ ਨਹੀਂ ਸਾਹਮਣੇ ਰੱਖ ਸਕਦੇ? ਤੁਸੀਂ ਦੇਖਿਆ ਕਿਸਾਨੀ ਮੋਰਚੇ ਦੇ ਵਿੱਚ ਇੱਕ ਬਾਪੂ ਜੀ, ਇੱਕ 90 ਸਾਲ ਦੇ ਉੱਥੇ ਬੈਠੇ ਹੋਏ ਨੇ, ਇੱਕ ਮੈਂ ਦੇਖਿਆ ਜਿਹਨਾਂ ਕੋਲ ਖੂੰਡੀ ਤੇ ਜਿਹਨਾਂ ਕੋਲ ਲੱਕ 'ਚ ਕੁੱਬ ਪੈ ਚੁੱਕਿਆ, ਉਹਨਾਂ ਦੇ ਸਿਰਫ ਮਸਾਂ ਹੀ ਤੁਰਦੇ ਨੇ, ਉਹ ਬਜ਼ੁਰਗ ਧਰਨੇ 'ਚ ਆ ਕੇ ਬੈਠੇ ਹੋਏ ਨੇ, ਨਿੱਕੇ ਨਿੱਕੇ ਬੱਚੇ ਆ ਕੇ ਬੈਠੇ ਹੋਏ ਨੇ। ਕੀ ਨੈਸ਼ਨਲ ਮੀਡੀਆ ਨੂੰ ਉਹ ਬੰਦੇ ਨਹੀਂ ਦਿਖਦੇ? ਉੱਥੇ ਇਹਨਾਂ ਜ਼ੋਰ ਨਹੀਂ ਲੱਗ ਸਕਦਾ? ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਉਹ ਕੁੜੀ ਦੇ ਬਾਰੇ ਖਬਰ ਕਿਉਂ ਨਹੀਂ ਚਲਾ ਰਹੇ ਹੋ, ਚਲਾਓ, ਉਹ ਬਣਦੀ ਹੈ, ਕਿਉਂਕਿ ਜਿਨ੍ਹਾਂ ਨੇ ਕੁਕਰਮ ਕੀਤਾ ਉਹਨਾਂ ਨੂੰ ਸਜ਼ਾ ਦੇਣੀ ਬਣਦੀ ਹੈ, ਉਹ ਸਜ਼ਾ ਦੇ ਭਾਗੀਦਾਰ ਨੇ। ਪਰ ਤੁਸੀਂ ਨਾਲ ਯਾਰ ਇਹ ਵੀ ਪੱਖ ਦਾ ਦਿਖਾਓ, ਇਹ ਵੀ ਪੱਖ ਹੈਗਾ।
ਜੀ ਪਰ ਧੀਆਂ ਧਿਆਣੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਜੇ ਕੋਈ ਉਹਨਾਂ ਨਾਲ ਮਾੜੀ ਹੋਈ ਹੈ ਤਾਂ ਉਹ ਦਿਖਾਉਣਾ ਵੀ ਬਣਦਾ, ਉਹਨਾਂ ਨੂੰ ਇਨਸਾਫ ਮਿਲਣਾ ਵੀ ਬਣਦਾ, ਆਵਾਜ਼ ਚੱਕਣੀ ਬਣਦੀ ਹੈ। ਪਰ ਕਿਤੇ ਨਾ ਕਿਤੇ ਮੀਡੀਆ ਚਲੋ ਇਹ ਤਾਂ ਜਦੋਂ ਮੁੱਦਾ ਚਲਾ ਰਿਹਾ ਨਾਲ ਨਾਲ ਕਿਤੇ ਬਾਲੀਵੁੱਡ ਦਾ ਕੁਝ ਜੀ ਨਸ਼ੇ ਲੈਂਦੇ ਆ ਕਿ ਨਹੀਂ ਲੈਂਦੇ, ਜਾਂ ਕਿਸੇ ਕਲਾਕਾਰ ਦਾ ਕੋਈ ਛੱਜਾ ਢਾਤਾ ਉਹਨਾਂ ਦੇ ਬਾਰੇ ਉਹ ਚੀਜ਼ਾਂ ਵਾਰ-ਵਾਰ ਰਿਪੀਟ ਤੇ ਦਿਖਾਈਆਂ ਜਾਂਦੀਆਂ ਨੇ। ਇੱਧਰ ਐਡਾ ਵੱਡਾ ਅੰਦੋਲਨ ਚੱਲ ਰਿਹਾ, ਐਡੀਆਂ ਵੱਡੇ ਮੋਰਚੇ ਲੱਗ ਰਹੇ ਨੇ, ਐਡੇ ਵੱਡੇ ਰੋਲੇ ਹੋ ਰਹੇ ਨੇ, ਕਿਸਾਨਾਂ ਦੀ ਹੋਂਦ ਦਾ ਸਵਾਲ, ਪੰਜਾਬੀਆਂ ਦੀ ਹੋਂਦ ਦਾ ਸਵਾਲ ਪੈਦਾ ਹੋ ਗਿਆ, ਪਰ ਉੱਥੇ ਉਹਨਾਂ ਚੀਜ਼ਾਂ ਨੂੰ ਇੱਕ ਵਾਰ ਵੀ ਨੈਸ਼ਨਲ ਮੀਡੀਆ ਨਹੀਂ ਦਿਖਾ ਰਿਹਾ। ਤੁਸੀਂ ਛੱਜੇ ਢਾਉਣ ਦੀ ਗੱਲ ਕੀਤੀ, ਕਿਸੇ ਦਾ ਮਾੜਾ ਛੱਜਾ ਢੱਠਿਆ ਤੇ ਮੀਡੀਆ ਨੇ ਬਸ ਲਗਾਤਾਰ ਉੱਥੇ ਨੈਸ਼ਨਲ ਮੀਡੀਆ ਨੇ ਰਿਪੀਟ ਹੀ ਬਣਾ ਲਿਆ ਵੀ ਛੱਜਾ ਢਹਿ ਗਿਆ, ਡਿੱਗ ਪਿਆ। ਇੱਧਰ ਪੂਰਾ ਪੰਜਾਬ ਢਾਇਆ ਜਾ ਰਿਹਾ। ਇਹ ਤਾਂ ਪੂਰਾ ਪੰਜਾਬ ਢਹਿ ਗਿਆ। ਤੁਸੀਂ ਕੀ ਮੰਨਦੇ ਹੋ ਪੰਜਾਬ ਨਹੀਂ ਢਹਿ ਗਿਆ? ਬਿਲਕੁਲ ਸਾਡੇ ਸਿਰ ਤੇ ਚੜ੍ਹ ਕੇ ਬਹਿ ਗਏ ਸਾਰੇ ਲੋਕ, ਤੇ ਉਹ ਤੁਸੀਂ ਦਿਖਾ ਨਹੀਂ ਰਹੇ। ਤੇ ਉੱਥੇ ਇੱਕ ਛੱਜਾ ਢਹਿਆ ਤੇ ਜਿਹੜੇ ਛੱਜੇ ਢਾਉਣ ਵਾਲੇ ਸਾਨੂੰ ਕਿਸਾਨਾਂ ਨੂੰ ਅੱਤਵਾਦੀ ਦੱਸੀ ਜਾਂਦੇ ਆ। ਉਹ ਕਹਿੰਦੇ ਇਹ ਤਾਂ ਅੱਤਵਾਦੀ ਨੇ ਜਿਹੜੇ ਅੰਦੋਲਨ ਕਰਦੇ ਨੇ। ਮੇਰੀ ਗੱਲ ਤੁਸੀਂ ਦਿਓ, ਮੈਂ ਉਹਨਾਂ ਕੋਲੋਂ ਇਹ ਜਵਾਬ ਚਾਹਣਾ ਜਿਹੜੇ ਸਾਨੂੰ ਅੱਤਵਾਦੀ ਕਹਿੰਦੇ ਨੇ। ਕਿਸਾਨ ਜੇ ਅੱਤਵਾਦੀ ਹੈ, ਕਿਸਾਨੀ ਕਿੰਨੇ ਟਾਈਮ ਤੋਂ ਚੱਲ ਰਹੀ ਹੈ। ਸ਼ਾਇਦ ਉਦੋਂ ਉਹ ਵੀ ਨਹੀਂ ਜੰਮੇ ਹੋਣੇ ਜਿਨ੍ਹਾਂ ਨੇ ਸਾਨੂੰ ਅੱਤਵਾਦੀ ਕਿਹਾ, ਉਦੋਂ ਉਹ ਵੀ ਉਹਨਾਂ ਦਾ ਜਨਮ ਵੀ ਨਹੀਂ ਹੋਇਆ ਨਾ ਜਦੋਂ ਦੀ ਕਿਸਾਨੀ ਚੱਲਦੀ ਆਈ ਹੈ। ਤੇ ਕਿਸਾਨ ਕਿੰਨੇ ਨੇ ਪੂਰੇ ਵਰਲਡ ਦੇ ਵਿੱਚ, ਪੂਰੇ ਇੰਡੀਆ ਦੀ ਕਿੰਨਾ ਕਿਸਾਨ ਹੈ? ਬਹੁਤ ਕਿਸਾਨ ਹੈ ਨਾ। ਜੇ ਉਹ ਕਿਸਾਨ ਅੱਤਵਾਦੀ ਹੈ ਤਾਂ ਹੁਣ ਤੱਕ ਉਹ ਪੂਰੇ ਦੇਸ਼ ਨੂੰ ਮਾਰ ਕਿਉਂ ਨਹੀਂ ਗਿਆ? ਬਚਾਈ ਕਿਉਂ ਜਾਂਦਾ? ਪੂਰੇ ਦੇਸ਼ ਨੂੰ ਅੰਨ ਦੇ ਰਿਹਾ, ਪੂਰੇ ਦੇਸ਼ ਨੂੰ ਕਣਕ ਦੇ ਰਿਹਾ, ਪੂਰੇ ਦੇਸ਼ ਨੂੰ ਦੁੱਧ ਦੇ ਰਿਹਾ, ਖਾਣ ਲਈ ਚੀਜ਼ਾਂ ਦੇ ਰਿਹਾ, ਤੇ ਤੁਸੀਂ ਉਹਨੂੰ ਅੱਤਵਾਦੀ ਕਹਿੰਦੇ ਹੋ। ਤੇ ਉਹ ਤਾਂ ਢਿੱਡ ਭਰ ਰਿਹਾ ਲੋਕਾਂ ਦਾ। ਉਹ ਅੱਤਵਾਦੀ ਕਿਵੇਂ ਹੋਇਆ? ਜੇ ਉਹ ਅੱਤਵਾਦੀ ਹੁੰਦਾ ਹੁਣ ਤੱਕ ਸਾਰਿਆਂ ਨੂੰ ਮਾਰ ਦਿੰਦਾ। ਫਿਰ ਉਹ ਜੇ ਅੱਤਵਾਦੀ ਇੰਨਾ ਵੱਡਾ ਅੱਤਵਾਦੀ ਹੈ, ਇੰਨੇ ਵੱਡੇ ਅੱਤਵਾਦੀ ਲੈਵਲ ਤੇ ਅੱਤਵਾਦੀ ਹੈਗੇ ਨੇ, ਉਹ ਤਾਂ ਫਿਰ ਮਾਰ ਦਿੰਦੇ ਕਰਦੇ। ਉਹ ਤਾਂ ਢਿੱਡ ਭਰ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਅੱਤਵਾਦੀ ਦੱਸੀ ਜਾਂਦੇ ਹੋ। ਮੇਰੀ ਤਾਂ ਇਹ ਚੀਜ਼ਾਂ ਸਮਝ ਤੋਂ ਬਾਹਰ ਨੇ ਵੀ ਜਿਹੜੀਆਂ ਚੀਜ਼ਾਂ ਦਾ ਪੱਖ ਰੱਖਣਾ ਚਾਹੀਦਾ ਤੁਸੀਂ ਉਹ ਚੀਜ਼ਾਂ ਦਿਖਾ ਹੀ ਨਹੀਂ ਰਹੇ ਮੀਡੀਆ ਤੇ। ਜੇ ਤੁਸੀਂ ਜ਼ਿਆਦਾ ਨਹੀਂ ਦਿਖਾਉਣਾ ਕਿ 1-2 ਵਾਰੀ ਤਾਂ ਦਿਖਾਓ ਯਾਰ, ਕੇਂਦਰ ਦੇ ਵਿੱਚ ਤਾਂ ਗੱਲ ਤਾਂ ਪਹੁੰਚੇ ਵੀ ਇੱਥੇ ਆ ਚੀਜ਼ਾਂ ਬਣ ਰਹੀਆਂ ਨੇ, ਪਰ ਨਹੀਂ। ਬਿਲਕੁਲ ਟੀਵੀ ਚੈਨਲ ਨੂੰ ਅਸੀਂ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਨੈਸ਼ਨਲ ਮੀਡੀਆ ਚੈਨਲ ਨੇ, ਜ਼ਰੂਰੀ ਹੈ ਜਿਹੜੇ ਹਾਥਰਸ ਦੇ ਜਿਵੇਂ ਇੱਕ ਕਾਂਡ ਹੁੰਦਾ ਉੱਥੇ ਉਹੋ ਜਿਹੀਆਂ ਚੀਜ਼ਾਂ ਦਿਖਾਉਣੀਆਂ ਜ਼ਰੂਰੀ ਨੇ, ਅਵੇਅਰਨੈਸ ਪੈਦਾ ਕਰਨੀ ਜ਼ਰੂਰੀ ਹੈ ਕੁੜੀਆਂ ਲਈ, ਧੀਆਂ ਧਿਆਣੀਆਂ ਲਈ ਮਾੜਾ ਹੋਇਆ ਉੱਥੇ। ਪਰ ਜਿਹੜੇ ਫਾਲਤੂ ਦੇ ਜਿਹੜੇ ਮੁੱਦੇ ਨੇ, ਸਿਰਫ TRP ਲੈਣ ਵਾਲੇ ਜਿਹੜੇ ਮੁੱਦੇ ਨੇ, ਉਹਨਾਂ ਨੂੰ ਛੱਡ ਕੇ ਜਿੱਥੇ ਸੱਚਾਈ ਦੀ ਗੱਲ ਚੱਲਦੀ ਪਈ ਹੈ, ਜਿੱਥੇ ਇੱਕ ਮੋਰਚੇ ਦੀ ਗੱਲ ਚੱਲਦੀ ਪਈ, ਜਿੱਥੇ ਇੱਕ ਹੋਂਦ ਦੀ ਗੱਲ ਚੱਲਦੀ ਪਈ ਹੈ, ਉਹ ਐਡੇ ਵੱਡੇ ਮੁੱਦੇ ਨੂੰ, ਕਿਉਂਕਿ ਇੱਕ ਘਰ ਦਾ, ਇੱਕ ਬੰਦੇ ਦਾ, ਇੱਕ ਘਰ ਦਾ ਮਸਲਾ ਨਹੀਂ, ਪੂਰੇ ਦੇ ਪੂਰੇ ਪੰਜਾਬ ਦਾ, ਪੰਜਾਬ ਹਰਿਆਣਾ ਦਾ, ਉਸ ਤੋਂ ਬਾਅਦ ਜੇ ਇੰਟਰਲਿੰਕ ਕੀਤਾ ਜਾਵੇ ਤਾਂ ਪੂਰੇ ਦੇ ਪੂਰੇ ਵਰਲਡ ਦਾ ਮਸਲਾ ਹੈਗਾ। ਤੇ ਉਸ ਨੂੰ ਦਿਖਾਉਣਾ, ਉਸ ਦੇ ਬਾਰੇ ਅਵੇਅਰਨੈਸ ਪੈਦਾ ਕਰਨੀ ਕਿਤੇ ਨਾ ਕਿਤੇ ਬਣਦੀ ਹੈ। ਅੱਛਾ ਬਾਈ ਜੀ, ਜਿਹੜਾ ਮੋਰਚਾ ਹੈ ਸ਼ੁਰੂ ਹੋਇਆ, ਇਹ ਮੋਰਚਾ ਲੱਖਾ ਸਿਧਾਣਾ ਬਾਈ ਨੇ, ਦੀਪ ਸਿੱਧੂ ਬਾਈ ਹੋਰਾਂ ਨੇ ਮੂਹਰੇ ਹੋ ਕੇ ਚੱਲੇ। ਇਹ ਮੋਰਚਾ ਵਧੀਆ, ਬਾਅਦ ਚੋਂ ਸਿੰਗਰ ਭਾਈਚਾਰਾ ਵੀ ਨਾਲ ਆਪਣਾ ਜੁੜਿਆ, ਮੋਰਚਾ ਵੱਡਾ ਹੋ ਗਿਆ, ਅੰਦੋਲਨ ਵੱਡਾ ਹੋ ਗਿਆ। ਪਰ ਕਿਤੇ ਨਾ ਕਿਤੇ ਪਿਛਲੇ ਦਿਨੀ ਦੇਖਿਆ ਗਿਆ ਕਿ ਪਾਰਟੀਆਂ ਨਹੀਂ ਕਹੂੰਗਾ ਮੈਂ, ਜਿਹੜੀ ਧਿਰ ਬਣੇ, ਜਿਹੜੇ 1-2 ਨਿਖੜਦੇ ਹੋਏ ਨਜ਼ਰ ਆ ਰਹੇ ਨੇ। ਜਿਵੇਂ ਪਿੱਛੇ ਦੀਪ ਸਿੱਧੂ ਬਾਈ ਹੋਰਾਂ ਨਾਲ ਸ਼ੰਭੂ ਬਾਰਡਰ ਤੇ ਇੱਥੇ ਲਾਇਆ ਗਿਆ, ਦੀਪ ਸਿੱਧੂ ਬਾਈ ਹੋਰਾਂ ਤੋਂ ਕੁਐਸਚਨ ਵੀ ਪੁੱਛੇ ਗਏ, ਪਰ ਦੀਪ ਸਿੱਧੂ ਬਾਈ ਕਹਿੰਦੇ ਕਿ ਇਹ ਨਹੀਂ ਹੈਗਾ, ਨਿਖੜੇ ਨਹੀਂ ਹੈਗੇ, ਪਰ ਜ਼ਰੂਰ ਆਵਾਂਗੇ। ਪਰ ਇੱਕ ਸੋਚ ਦਾ ਜਿਹੜਾ ਫਰਕ ਪੈਦਾ ਹੋ ਗਿਆ, ਉਹ ਕਿਉਂ ਪੈਦਾ ਹੋ ਗਿਆ? ਕਿਉਂਕਿ ਅੰਦੋਲਨ ਇੱਕ ਹੈ, ਮੁੱਦਾ ਇੱਕ ਹੈ, ਉਸੇ ਲਈ ਤੇ ਚੱਲਦੇ ਪਏ। ਮੈਂ ਉਹੀ ਆਲਰੇਡੀ ਗੱਲ ਕਰ ਚੁੱਕਿਆ ਕਿ ਜਦੋਂ ਇਹੋ ਜਿਹੇ ਸੰਘਰਸ਼ ਸ਼ੁਰੂ ਹੁੰਦੇ ਨਾ ਤਾਂ ਵਿੱਚ ਉਹਨਾਂ ਨੂੰ ਦੋ ਫਾੜ ਕਰਨ ਵਾਲੇ ਬੜੇ ਲੋਕ ਹੁੰਦੇ ਆ। ਕਈ ਨਕਲੀ ਕਿਸਾਨ ਬਣ ਕੇ ਵੀ ਸਾਡੇ ਵਿੱਚ ਬਹਿ ਜਾਣੇ ਆ। ਉਹਨਾਂ ਨੇ ਚਾਹਣਾ ਆ ਕੁਛ ਨਾ ਕੁਛ ਦੀਆਂ ਹਰਕਤਾਂ ਪੁੱਠੀਆਂ ਸਿੱਧੀਆਂ ਕਰਨਗੇ ਤਾਂ ਜੋ ਇਹ ਅੰਦੋਲਨ ਦੇ ਵਿੱਚ ਕੁਛ ਨਾ ਕੋਈ ਰੌਲਾ ਪਵਾ ਦਈਏ, ਲੜਾਈ ਪਵਾ ਦਈਏ, ਅੰਦੋਲਨ ਖਤਮ ਕਰਾ ਦਈਏ। ਸ਼ਾਇਦ ਕਿਤੇ ਨਾ ਕਿਤੇ ਉਹ ਚੀਜ਼ ਹੋ ਗਈ ਹੋਣਗੀ, ਪਰ ਮੈਨੂੰ ਨਹੀਂ ਲੱਗਦਾ ਕੋਈ ਅਲੱਗ, ਸਾਰੇ ਇਕੱਠੇ ਨੇ। ਮੈਂ ਪਹਿਲਾਂ ਦੱਸਿਆ ਵੀ ਕੁਝ ਸਿੰਗਰ ਰੀਲਾਂ ਰੋਕ ਕੇ ਬੈਠੇ ਹੋਏ ਨੇ ਤੇ ਕੁਝ ਸ਼ੰਭੂ ਬਾਰਡਰ ਤੇ ਬੈਠੇ। ਸੋ ਅੰਦੋਲਨ ਇੱਕੋ ਹੀ ਹੈ, ਸੇਮ ਹੀ ਚੱਲਦਾ ਪਿਆ, ਕੋਈ ਅਲੱਗ ਨਹੀਂ ਹੈਗਾ। ਬਸ ਉਹ ਕਿਤੇ ਨਾ ਕਿਤੇ ਹੋ ਸਕਦਾ ਕੋਈ ਮਿਸਅੰਡਰਸਟੈਂਡਿੰਗ ਕਿਹਦੀ ਹੋ ਗਈ, ਪਰ ਅਕੋਰਡਿੰਗ ਟੂ ਮੀ ਜੋ ਚੀਜ਼ ਮੈਂ ਦੇਖ ਰਿਹਾ ਮੈਨੂੰ ਲੱਗਿਆ ਨਹੀਂ ਕੋਈ ਵਾਕਿਆ। ਜਿਵੇਂ ਦੀਪ ਬਾਈ ਨੇ ਕੱਲ੍ਹ ਆ ਕੇ ਮੁੰਡਿਆਂ ਨੂੰ ਸਮਝਾਇਆ ਤਾਂ ਸਾਰੇ ਬਾਈ ਦੇ ਨਾਲ ਤੁਰੇ ਆ। ਤਾਂ ਓਬਵੀਅਸ ਆ ਇਹ ਪਲਾਨਿੰਗ ਨਾਲ, ਬੜੀ ਵੱਡੀ ਪਲਾਨਿੰਗ ਦੇ ਨਾਲ, ਬੜੇ ਵੱਡੇ ਪਲਾਨ, ABC ਪਲਾਨ ਲੈ ਕੇ ਹੀ ਚੱਲਣਾ ਪਏਗਾ, ਤਾਂ ਹੀ ਆਪਣੀ ਸੁਣਵਾਈ ਹੋਣੀ ਹੈ। ਜੇ ਆਪਾਂ ਹੋਸ਼ ਗਵਾ ਕੇ ਇਹ ਕੰਮ ਕੀਤਾ ਤਾਂ ਫਿਰ ਸੰਘਰਸ਼ ਨਹੀਂ ਲੜੇ ਜਾਂਦੇ, ਹਮੇਸ਼ਾ ਹੋਸ਼ ਦੇ ਨਾਲ ਲੜੇ ਜਾਂਦੇ। ਜੋਸ਼ ਕੱਲਾ ਜੋਸ਼ ਨਹੀਂ ਵਰਤਦਾ, ਹਥਿਆਰ ਰੱਖਣੇ ਸਾਰਿਆਂ ਕੋਲ ਹੁੰਦੇ ਆ, ਪਰ ਚਲਾਉਣ ਦੇ ਲਈ ਵੀ ਕੋਈ ਟਾਈਮ ਹੁੰਦਾ ਆ, ਕੋਈ ਤਰੀਕਾ ਹੁੰਦਾ ਆ। ਤੇ ਐਵੇਂ ਆਪਾਂ ਹਥਿਆਰ ਕੱਢ ਕੇ ਥਾਂ ਚਲਾਈ ਜਾਵਾਂਗੇ ਤਾਂ ਉਹਦਾ ਨੁਕਸਾਨ ਹੀ ਹੈ ਜੀ। ਸੋ ਇਹ ਸੰਘਰਸ਼ ਇਕੱਠਾ ਹੀ ਹੈ ਜੀ। ਜਿਹੜਾ ਕਿਸਾਨ ਆ, ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈ ਕਿ ਇਹਦੇ ਵਿੱਚ ਬਜ਼ੁਰਗ ਕਾਫੀ ਅੱਦੇ ਨੇ, ਕਿਉਂਕਿ ਕਿਸਾਨ ਜਿਹੜੇ ਸੂਝਵਾਨ ਨੇ ਉਹਨਾਂ ਦਾ ਅੱਗੇ ਹੋਣਾ ਜ਼ਰੂਰੀ ਵੀ ਹੈ, ਕਿਉਂਕਿ ਉਹਨਾਂ ਦੀਆਂ ਦੇਖ ਰੇਖ ਦੇ ਵਿੱਚ ਹੀ ਨੌਜਵਾਨ ਚੱਲਣਗੇ। ਪਰ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਕਿ ਨੌਜਵਾਨ ਉਨੀ ਤਾਦਾਦ ਦੇ ਵਿੱਚ ਉਸ ਅੰਦੋਲਨ ਦਾ ਹਿੱਸਾ ਨਹੀਂ ਬਣ ਰਿਹਾ। ਕਿਉਂ? ਨਹੀਂ, ਮੈਨੂੰ ਨਹੀਂ ਲੱਗਦਾ, ਮੈਨੂੰ ਨਹੀਂ ਲੱਗਦਾ ਅੰਦੋਲਨ ਦਾ ਹਿੱਸਾ ਨਹੀਂ ਬਣ। ਨੌਜਵਾਨ ਬਹੁਤ ਜ਼ਿਆਦਾ, ਹਰੇਕ ਘਰ ਦੇ ਵਿੱਚ ਨੌਜਵਾਨ। ਮੈਂ ਆਪਦੇ ਪਿੰਡ ਗੱਲ ਕਰਦਾ ਕਈ ਵਾਰੀ ਤੇ ਹਰੇਕ ਬੰਦਾ ਕਹਿੰਦਾ ਯਾਰ ਆਪਾਂ ਜਾ ਰਹੇ ਹਾਂ ਧਰਨੇ 'ਚ ਜਾ ਰਹੇ ਹਾਂ ਅੱਜ। ਤੇ ਜਿੱਦਣ ਧਰਨੇ ਲੱਗਿਆ ਮੈਨੂੰ ਲੱਗਿਆ ਨਹੀਂ ਕੋਈ ਮੁੰਡਾ ਕਿਸੇ ਘਰ ਦੇ ਵਿੱਚ ਰਹਿ ਗਿਆ। ਹਾਂ ਸ਼ੁਰੂ 'ਚ ਹੋ ਸਕਦਾ ਇਕੱਲੇ ਬਜ਼ੁਰਗ ਸੀਗੇ, ਪਰ ਜਦੋਂ ਅਵੇਅਰਨੈਸ ਹੋਈ, ਸਾਰੇ ਸਿੰਗਰਾਂ ਨੇ ਪੋਸਟਾਂ ਪਾਈਆਂ, ਉਹਨਾਂ ਨੂੰ ਫੋਲੋ ਕਰਨ ਵਾਲਿਆਂ ਨੂੰ ਪੋਸਟਾਂ ਪਾਤੀਆਂ ਵੀ ਭਾਈ ਨਹੀਂ ਆਪਾਂ ਨੂੰ ਨਾਲ ਖੜਨਾ ਪੈਣਾ। ਜਦੋਂ ਉਹਨਾਂ ਨੂੰ ਮੁੰਡਿਆਂ ਨੂੰ ਵੀ MSP ਦੀ ਸਮਝ ਆਈ ਵੀ ਵਾਕਈ ਸਾਡੀ ਹੋਣ ਤੇ ਗੱਲ ਬਣ ਗਈ ਹੈ ਤਾਂ ਸਾਨੂੰ ਖਤਮ ਕਰ ਦੇਣਗੇ, ਤਾਂ ਫਿਰ ਨੌਜਵਾਨ ਵਰਗ ਸਾਰਾ ਇਕੱਠਾ ਅੱਜ ਵੀ ਨਾਲ ਡਟ ਕੇ ਖੜਾ ਹੋਇਆ ਜੀ।
ਜੋਸ਼ ਨਾਲ ਹੋਸ਼ ਦੀ ਬਹੁਤ ਜ਼ਰੂਰਤ ਆ ਤੇ ਹੋਸ਼ ਬਜ਼ੁਰਗਾਂ ਕੋਲੇ ਹੈਗਾ, ਨੌਜਵਾਨਾਂ ਕੋਲੇ ਜੋਸ਼ ਹੈਗਾ, ਦੋਨੇ ਜਣੇ ਰਲ ਕੇ ਚੱਲਣਗੇ ਤਾਂ ਮੋਰਚਾ ਫਤਿਹ ਕਰ ਲਾਂਗੇ। ਕੀ ਲੱਗਦਾ ਕਿ ਜਿਹੜਾ ਇਹ ਅੰਦੋਲਨ ਹੈਗਾ ਕਦੋਂ ਤੱਕ ਚੱਲੂਗਾ ਤੇ ਕੀ ਇਹਦੇ ਸਿੱਟੇ ਨਿਕਲਣਗੇ? ਦੇਖੋ, ਅੰਦੋਲਨ ਚੱਲਣ ਦੀ ਗੱਲ ਤਾਂ ਮੈਂ ਨਹੀਂ ਕੁਝ ਕਹਿ ਸਕਦਾ ਵੀ ਕਿੰਨਾ ਲੰਬਾ ਚੱਲਦਾ ਹੈ। ਸੰਘਰਸ਼ ਚੱਲੇਗਾ, ਜੋਸ਼ ਨਾਲ ਹੋਸ਼ ਦਾ ਨਾਲ ਜਦੋਂ ਮਿਲ ਕੇ ਸੰਘਰਸ਼ ਚੱਲੇਗਾ ਤਾਂ ਇਹਦੇ ਸਿੱਟੇ ਵੀ ਜਲਦੀ ਨਿਕਲਣਗੇ ਤੇ ਇਹ ਸੰਘਰਸ਼ ਖਤਮ ਵੀ ਛੇਤੀ ਹੋਏਗਾ। ਪਰ ਖਤਮ ਉਦੋਂ ਹੋਏਗਾ ਜਦੋਂ ਸਾਡਾ ਹੱਕ ਸਾਨੂੰ ਮਿਲੇਗਾ ਜੀ, ਉਸ ਤੋਂ ਪਹਿਲਾਂ ਨਹੀਂ ਖਤਮ ਹੋਏਗਾ ਜੀ। ਅੱਛਾ ਬਾਈ ਜੀ, ਸਾਰੇ ਹੀ ਕਲਾਕਾਰਾਂ ਦੁਆਰਾ ਅਵੇਅਰਨੈਸ, ਕਿਉਂਕਿ ਕਲਾਕਾਰ ਜਿਹੜੇ ਨੌਜਵਾਨ ਪੀੜ੍ਹੀ ਹੈਗੀ ਉਹਨਾਂ ਦੇ ਗਾਣੇ ਸੁਣਦੀ ਆ, ਉਹਨਾਂ ਦੇ ਗੀਤ ਸੁਣਦੀ ਆ, ਗੀਤਾਂ ਦੇ ਜ਼ਰੀਏ ਉਹਨਾਂ ਤੋਂ ਕੁਛ ਨਾ ਕੁਛ ਮੈਸੇਜ ਲੈਂਦੀ ਆ ਤੇ ਇਹ ਜਿਹੜਾ ਮੁੱਦਾ ਚੱਲਦਾ ਪਿਆ, ਇਸ ਮੁੱਦੇ ਤੇ ਵੀ ਕਾਫੀ ਸਾਰੇ ਕਲਾਕਾਰਾਂ ਨੇ ਆਪਦੇ ਢੰਗ ਨਾਲ ਲੋਕਾਂ ਨੂੰ ਪ੍ਰਚਾਰ ਕੀਤਾ, ਗੀਤ ਗਾਏ ਨੇ। ਤੁਹਾਡੇ ਵੱਲੋਂ ਕਿਹੜਾ ਗੀਤ ਹੈ ਜਿਹੜਾ ਤੁਸੀਂ ਨੌਜਵਾਨਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਤੁਸੀਂ ਕਿਸਾਨਾਂ ਲਈ ਲਿਖਿਆ? ਜੀ ਚਲੋ, ਗੀਤ ਜਿਵੇਂ ਗੱਲ ਕਰਦੇ ਆ, ਚਲੋ ਵੈਸੇ ਤਾਂ ਮੇਰਾ ਜਦੋਂ ਗਾਣੇ ਆਉਣੇ ਸੀਗੇ, ਅਸੀਂ ਬੰਦ ਕਰਤੇ, ਮੈਂ ਡਿਲੇ ਕਰਤੇ, ਮੈਂ ਸਟਾਪ ਕਰਤਾ। ਮੈਂ ਕਿਉਂ ਗਾਣੇ ਆਪਾਂ ਨਹੀਂ ਰਿਲੀਜ਼ ਕਰਨੇ, ਕਿਉਂਕਿ ਸਾਡਾ ਜਿਹੜਾ ਮੇਨ ਮੁੱਦਾ ਜਾਂ ਸਾਡੀ ਹੋਂਦ ਚੱਲਦੀ ਵੀ ਪਹਿਲਾਂ ਇਹ 'ਤੇ ਗੱਲ ਆ, ਪਹਿਲਾਂ ਅਸੀਂ ਇਹਨੂੰ ਨਿਬੇੜਾਂਗੇ ਫਿਰ ਗਾਣਿਆਂ ਵੱਲ ਦੇਖਾਂਗੇ। ਪਰ ਜੇ ਕਿਸਾਨੀ ਦੀ ਗੱਲ ਕਰੀਏ ਹੈ ਨਾ, ਉਹਦੇ ਉੱਪਰ ਅਰਸ਼ ਸਿੱਧੂ ਵੀਰੇ ਦੇ ਗਾਣਾ ਲਿਖਿਆ ਮੇਰੇ ਕੋਲ ਪਿਆ ਸੀਗਾ, 2-4 ਗਾਣੇ ਪੈਸੇ ਨੇ, ਉਹ 'ਚ ਮੈਂ ਕੁਛ ਬੋਲ ਤੁਹਾਡੇ ਨਾਲ ਸਾਂਝੇ ਕਰਦਾ ਆ ਜੀ। ਅੰਨਦਾਤਾ ਵੇਚ ਗਈਆਂ ਏ ਸਰਕਾਰਾਂ ਸਣੇ ਸਟਾਲਾਂ, ਯੂਥ ਫਿਰਦਾ ਸੜਕਾਂ ਤੇ ਫਿਰਦੇ ਤੁਸੀਂ ਖੇਡਦੇ ਚਾਲਾਂ, ਯੂਥ ਫਿਰਦਾ ਸੜਕਾਂ ਤੇ ਫਿਰਦੇ ਤੁਸੀਂ ਖੇਡਦੇ ਚਾਲਾਂ, ਠੇਕੇ ਬੰਦ ਕੀ ਕਰਨੇ ਨੇ ਲੀਡਰ ਲੋਕ ਜੇ ਹੁਣ ਸ਼ਰਾਬੀ, ਪਹਿਲਾਂ ਖਾ ਗਏ ਫਸਲਾਂ ਨੂੰ ਦੂਜੀ ਮਾਂ ਬੋਲੀ ਪੰਜਾਬੀ, ਪਹਿਲਾਂ ਖਾ ਗਏ ਫਸਲਾਂ ਨੂੰ ਦੂਜੀ ਮਾਂ ਬੋਲੀ ਪੰਜਾਬੀ।